ਸੰਗਤ ਟੈਲੀਵਿਜ਼ਨ ਦੇ ਦਰਸ਼ਕੋ, ਪਹਿਲੇ ਤਾਂ ਮੈਂ ਆਪ ਸਭ ਨੂੰ ਫਤਿਹ ਅਰਜ਼ ਕਰਦਾ ਹਾਂ। ਸੰਗਤ ਟੈਲੀਵਿਜ਼ਨ ਦੇ ਚੇਅਰਮੈਨ ਸਾਹਿਬ, ਟਰਸਟੀ ਸਾਹਿਬਾਨ, ਡਾਇਰੈਕਟਰਸ, ਮੈਨੇਜਰ ਅਤੇ ਬਾਕੀ ਦਾ ਸਾਰਾ ਸਟਾਫ ਜੋ ਬਹੁਤ ਮਿਹਨਤ ਨਾਲ ਇਹਨੂੰ ਅੱਗੇ ਲਿਜਾ ਰਿਹਾ ਆ, ਸਾਰਿਆਂ ਨੂੰ ਫਤਿਹ ਅਰਜ਼ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜਿਸ ਤਰ੍ਹਾਂ ਆਪ ਸਭ ਨੂੰ ਪਤਾ ਹੀ ਹੈ ਕਿ ਸੰਗਤ ਟੈਲੀਵਿਜ਼ਨ ਸੰਗਤਾਂ ਵਾਸਤੇ ਔਰ ਸੰਗਤਾਂ ਹੀ ਇਸ ਨੂੰ ਚਲਾ ਰਹੀਆਂ ਨੇ। ਇਸ ਦੇ ਮਾਲਕ ਮੀਰੀ ਪੀਰੀ ਦੇ ਪਾਤਸ਼ਾਹ ਹਰਗੋਬਿੰਦ ਪਾਤਸ਼ਾਹ ਆਪ ਨੇ, ਜਾਂ ਸਾਧ ਸੰਗਤ ਜੀ ਤੁਸੀਂ ਜੇ, ਇਹਦਾ ਇੰਡੀਵਿਜੂਅਲੀ ਕੋਈ ਵੀ ਮਾਲਕ ਨਹੀਂ। ਇਹਦਾ ਮਾਲਕ ਸੱਚੇ ਪਾਤਸ਼ਾਹ ਆਪ ਨੇ, ਹਰਗੋਬਿੰਦ ਪਾਤਸ਼ਾਹ ਇਸ ਦੇ ਮਾਲਕ ਨੇ। ਜੋ ਵੀ ਇਸ ਦੀ ਚੱਲ ਜਾਇਦਾਦ ਆ, ਪ੍ਰੋਪਰਟੀ ਆ, ਉਹ ਜਾਂ ਤੁਹਾਡੀ ਆ ਜਾਂ ਛੇਵੇਂ ਪਾਤਸ਼ਾਹ ਅਕਾਲ ਤਖ਼ਤ ਸਾਹਿਬ ਦੇ ਸਮਰਪਿਤ ਆ। ਸੋ ਆਓ ਅੱਜ ਜੋ ਪੰਥਕ ਮਸਲੇ ਆਪਾਂ ਹਰ ਵੀਕ ਲੈ ਕੇ ਆਉਂਦੇ ਹਾਂ, ਅੱਜ ਦੇ ਇਹਨਾਂ ਪੰਥਕ ਮਸਲਿਆਂ ਦੇ ਵਿੱਚ ਸੁਲਝਾਉਣ ਵਾਸਤੇ ਜਾਂ ਇਹਨਾਂ ਨੂੰ ਤੁਹਾਡੇ ਨਾਲ ਸਾਂਝ ਪਾਉਣ ਵਾਸਤੇ ਆਪਾਂ ਦੇ ਨਾਲ ਜੁੜ ਚੁੱਕੇ ਹਨ ਸਿੱਖ ਫੈਡਰੇਸ਼ਨ ਦੇ ਚੇਅਰਪਰਸਨ ਸਰਦਾਰ ਅਮਰੀਕ ਸਿੰਘ ਜੀ ਗਿੱਲ, ਅਤੇ ਨਾਲ ਬੈਠੇ ਹਨ ਸਰਦਾਰ ਦਵਿੰਦਰਜੀਤ ਸਿੰਘ ਜੀ ਜੋ ਇਸ ਦੇ ਐਡਵਾਈਜ਼ਰ ਨੇ। ਸੋ ਆਓ ਇਹਨਾਂ ਦੇ ਵੀ ਵਿਚਾਰ ਸੁਣਾਂਗੇ, ਸਾਰਿਆਂ ਦੇ ਆਪਾਂ ਇਹਨਾਂ ਦੇ ਵਿਚਾਰ ਲਵਾਂਗੇ। ਪਹਿਲਾਂ ਮੈਂ ਜੋ ਹੁਣੇ ਹੀ ਸਿੱਖ ਫੈਡਰੇਸ਼ਨ ਦੀ ਜੋ ਕਾਨਫਰੰਸ ਹੋ ਕੇ ਹਟੀ ਆ ਇਸ ਲਾਸਟ ਐਤਵਾਰ ਨੂੰ, ਉਸ ਦੇ ਬਾਰੇ ਦੇ ਵਿੱਚ ਸਾਰੀਆਂ ਸੰਗਤਾਂ ਦਾ ਮੇਰੇ ਸਤਿਕਾਰਯੋਗ ਪ੍ਰਧਾਨ ਜੀ ਆਏ ਨੇ ਅਤੇ ਦਵਿੰਦਰਜੀਤ ਸਿੰਘ ਜੀ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਨ ਵਾਸਤੇ ਆਏ ਨੇ, ਸੰਗਤ ਟੈਲੀਵਿਜ਼ਨ ਦਾ ਧੰਨਵਾਦ ਕਰਨ ਵਾਸਤੇ ਆਏ ਨੇ, ਔਰ ਸਾਰੀ ਸੰਗਤ ਦਾ ਧੰਨਵਾਦ ਕਰਨ ਵਾਸਤੇ ਆਏ ਨੇ ਕਿ ਕਿਸ ਤਰ੍ਹਾਂ ਤੁਸੀਂ ਉਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਦਿੱਤਾ ਔਰ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਹੌਸਲਾ ਅਫਜ਼ਾਈ ਕਰ ਰਹੇ ਹਾਂ, ਉਸ ਵਾਸਤੇ ਆਓ ਆਪਾਂ ਉਹਨਾਂ ਦੇ ਵਿਚਾਰ ਸੁਣਦੇ ਹਾਂ। ਪਹਿਲਾਂ ਤਾਂ ਮੈਂ ਸਰਦਾਰ ਅਮਰੀਕ ਸਿੰਘ ਜੀ ਜੋ ਸਿੱਖ ਫੈਡਰੇਸ਼ਨ UK ਦੇ ਜੋ ਪ੍ਰਧਾਨ ਨੇ, ਉਹਨਾਂ ਦੇ ਵਿਚਾਰ ਸੁਣੀਏ। ਆਓ ਆਪਾਂ ਸਰਦਾਰ ਅਮਰੀਕ ਸਿੰਘ ਨੂੰ ਸੁਣਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸੰਗਤ ਜੀ, ਜਿਵੇਂ ਭਾਊ ਜੀ ਨੇ ਆਪ ਜੀ ਨੂੰ ਸਾਂਝ ਪਾਈ ਹੈ ਕਿ ਪਿਛਲੇ ਹਫ਼ਤੇ ਸਿੱਖ ਫੈਡਰੇਸ਼ਨ UK ਦਾ ਜੋ ਸਾਲਾਨਾ ਅਜਲਾਸ, ਸਾਲਾਨਾ ਕਾਨਫਰੰਸ ਸੀਗੀ ਗੁਰੂ ਨਾਨਕ ਗੁਰਦੁਆਰਾ ਸਮੈਦਕ ਹਾਈ ਸਟ੍ਰੀਟ ਵਿਖੇ, ਜਿਹਦੇ ਵਿੱਚ ਅਸੀਂ ਚੇਚੇ ਤੌਰ 'ਤੇ ਅੱਜ ਇਸੇ ਕਰਕੇ ਸ਼ਿਰਕਤ ਕੀਤੀ, ਇਸੇ ਕਰਕੇ ਆਪ ਜੀ ਦਾ ਸਮਾਂ ਲਿਆ ਹੈ ਕਿ ਸੰਗਤ ਟੈਲੀਵਿਜ਼ਨ ਨੇ ਪਿਛਲੇ ਤਕਰੀਬਨ 3 ਹਫ਼ਤੇ ਤੋਂ ਪ੍ਰੋਮੋ ਦੇ ਨਾਲ ਵੀ ਵੱਧ ਤੋਂ ਵੱਧ ਜੋ ਹੈ ਘਰ ਘਰ ਦੇ ਵਿੱਚ ਸਾਡਾ ਸੁਨੇਹਾ ਪਹੁੰਚਦਾ ਕੀਤਾ, ਅਤੇ ਉਸ ਦਿਨ ਵੀ ਲਾਈਵ ਜੋ ਹੈ ਸੰਗਤਾਂ ਦੇ ਘਰ ਘਰ ਦੇ ਵਿੱਚ ਜੋ ਸੀ ਸਾਰੀ ਜੋ ਕਾਨਫਰੰਸ ਦੀ ਜੋ ਕਾਰਵਾਈ ਹੈ, ਜੋ ਉੱਥੋਂ ਦਾ ਪ੍ਰਬੰਧ ਜਿਸ ਹਿਸਾਬ ਨਾਲ ਹੋ ਰਿਹਾ ਸੀਗਾ, ਸੰਗਤਾਂ ਦੇ ਵਿਚਾਰ ਜਿਹੜੇ ਆ ਉਹ ਘਰ ਘਰ ਆਪ ਜੀ ਤੱਕ ਪਹੁੰਚਾਏ ਹਨ। ਸੋ ਆਪ ਸਮੂਹ ਸੰਗਤਾਂ ਦਾ, ਸੰਗਤ ਟੈਲੀਵਿਜ਼ਨ ਦੇ ਸਾਰੇ ਹੀ ਪ੍ਰਬੰਧ ਦਾ, ਮੈਨੇਜਮੈਂਟ ਬੋਰਡ ਦਾ, ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦ ਹੈ। ਚੇਚੇ ਤੌਰ 'ਤੇ ਭਾਊ ਜੀ ਦਾ, ਜਿਨ੍ਹਾਂ ਨੇ ਸਾਨੂੰ ਪਿਛਲੇ ਹਫ਼ਤਿਆਂ ਵਿੱਚ ਤਕਰੀਬਨ 3-4 ਸ਼ੋਅ ਵੀ ਜਿਹੜੇ ਸੀਗੇ ਉਹ ਸਾਡੇ ਮੁੱਦਿਆਂ ਦੇ ਉੱਤੇ ਕਰਕੇ ਘਰ ਘਰ ਦੇ ਵਿੱਚ ਸੁਨੇਹਾ ਜਿਹੜਾ ਸੀਗਾ ਉਹ ਆਪ ਜੀ ਨੇ ਜੋ ਹੈ ਉਹ ਪਹੁੰਚਾਇਆ। ਔਰ ਉਹਦੇ ਨਾਲ ਜੋ ਸੰਗਤ ਜਿਹੜੀ ਸੀਗੀ, ਜਿਹੜੀਆਂ ਸੰਗਤਾਂ ਉੱਥੇ ਪਹੁੰਚੀਆਂ ਜਾਂ ਜਿਨ੍ਹਾਂ ਨੇ ਬਾਅਦ ਦੇ ਵਿੱਚ ਵੀ ਦੇਖਿਆ, ਤੁਸੀਂ ਆਪ ਹੀ ਮੇਰੇ ਖਿਆਲ ਮੈਨੂੰ ਕੁਝ ਕਹਿਣ ਦੀ ਲੋੜ ਨਹੀਂ, ਜਿਸ ਢੰਗ ਨਾਲ ਸਤਿਗੁਰਾਂ ਨੇ ਬਖਸ਼ੀ ਕੀਤੀ ਹੈ ਸੰਗਤ ਜੀ ਕਿ ਤਕਰੀਬਨ 11 ਵਜੇ ਤੋਂ ਲੈ ਕੇ 2:30 ਵਜੇ ਤੱਕ ਜਿਹੜਾ ਕਿਊ ਸੀਗਾ ਤਕਰੀਬਨ 20 ਮਿੰਟ 25 ਮਿੰਟ ਤੱਕ ਬਾਹਰ ਤੱਕ ਜਿਹੜੀ ਸੰਗਤ ਨੂੰ ਲੱਗਦੇ ਸੀ ਸਿਰਫ ਮਹਾਰਾਜ ਦੇ ਦਰਸ਼ਨ ਕਰਨ ਨੂੰ। ਏਡੀ ਬਖਸ਼ਿਸ਼ ਸਤਿਗੁਰਾਂ ਨੇ ਕੀਤੀ, ਏਡੀ ਵੱਡੀ ਗਿਣਤੀ ਵਿੱਚ ਉਹ ਆਪ ਸੰਗਤਾਂ ਉੱਥੇ ਦੀਆਂ ਕਹਿ ਰਹੀਆਂ ਸਨ ਜਦੋਂ ਅਸੀਂ ਬਾਹਰ ਆਏ ਹਾਂ ਤਕਰੀਬਨ ਸਮਾਪਤੀ ਤੋਂ ਬਾਅਦ ਕਿ ਭਾਈ ਅਮਰੀਕ ਸਿੰਘ ਜੀ, ਸੰਗਤ ਜਿਹੜੀ ਆ ਮਿਲਣ ਦੇ ਵਿੱਚ ਇੱਦਾਂ ਅੱਜ ਲੱਗਦਾ ਸੀ ਕਿ ਮਿਲਣ ਦੀ ਸਾਰੀ ਸੰਗਤ ਜਿਹੜੀ ਆ ਉਹ ਬਹੀਰਾਂ ਕੱਤ ਕੇ ਜਿੱਦਾਂ ਤੁਸੀਂ ਕਹਿੰਦੇ ਰਹੇ ਹੋ, ਉਸ ਗੱਲ ਨੂੰ ਲੋਕਾਂ ਨੇ ਸਾਰਿਆਂ ਨੇ ਉਹਦੇ 'ਤੇ ਜੋ ਹੈ ਉਹ ਸਤਿਕਾਰ ਨਾਲ ਫੁੱਲ ਚੜ੍ਹਾਏ, ਅਤੇ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀ ਸੀ ਉਹ ਸ਼ਿਰਕਤ ਕੀਤੀ ਸੀ, ਹਾਜ਼ਰੀ ਲਵਾਈ ਹੈ। ਸੋ ਇਸ ਸਾਰੇ ਕਾਰਜ ਲਈ ਆਪ ਸੰਗਤਾਂ ਦਾ ਅਤੇ ਪ੍ਰਬੰਧ ਦਾ, ਸੰਗਤ ਟੈਲੀਵਿਜ਼ਨ ਦਾ
ਭਾਊ ਜੀ ਦਾ ਬਹੁਤ ਬਹੁਤ ਅਸੀਂ ਦਿਲ ਦੀਆਂ ਡੂੰਘਾਈਆਂ ਤੋਂ ਧੰਨਵਾਦ ਕਰਦੇ ਹਾਂ ਕਿ ਇਹ ਭਾਈ ਜੋ ਕਾਰਜ ਸਿੱਖ ਫਾਊਂਡੇਸ਼ਨ UK ਕਰ ਰਹੀ ਆ ਉਹ ਕਿਸੇ ਇਨਸਾਨ ਦਾ ਨਿੱਜੀ ਕਾਰਜ ਨਹੀਂ, ਨਾ ਉਹ ਭਾਈ ਅਮਰੀਕ ਸਿੰਘ ਦਾ, ਨਾ ਭਾਈ ਦਵਿੰਦਰਜੀਤ ਸਿੰਘ ਦਾ, ਨਾ ਕਿਸੇ ਹੋਰ ਸਾਡੇ ਪ੍ਰਬੰਧਕ ਦਾ। ਇਹ ਜੋ ਕਾਰਜ ਵੀ ਅਸੀਂ ਸੰਗਤ ਜੀ ਕਰ ਰਹੇ ਹਾਂ ਉਹ ਆਪ ਲਈ ਹੀ ਕਰ ਰਹੇ ਹਾਂ। ਜਿੱਥੇ ਸਿੱਖਾਂ ਦੀ ਦੱਬੀ ਕੁਚਲੀ ਆਵਾਜ਼ ਜਿਹੜੀ ਆ, ਜਿੱਥੇ ਉਹਦੀ ਲੋੜ ਆ ਜਿੱਥੇ ਤੱਕ ਪਹੁੰਚਾਉਣ ਦੀ, ਉੱਥੇ ਭਾਵੇਂ ਸਾਡੇ ਤੇ ਜੋ ਮਰਜ਼ੀ ਕੋ ਕਹਿ ਲਵੇ, ਲੇਕਿਨ ਉੱਥੇ ਅਸੀਂ ਗੁਰੂ ਨੂੰ ਸਮਰਪਿਤ ਹੋ ਕੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਆ ਕਿ ਸਿੱਖ ਕੌਮ ਨਾਲ ਕਿਤੇ ਵੀ ਵਿਤਕਰਾ ਹੁੰਦਾ, ਕਿਤੇ ਵਧੀਕੀ ਹੁੰਦੀ ਆ, ਉਹਨਾਂ ਦੇ ਹੱਕਾਂ ਦੀ ਕਿਤੇ ਵੀ ਗੱਲ ਆ, ਚਾਹੇ ਉਹ ਇੱਥੇ ਆ ਤੇ ਚਾਹੇ ਕਿਸੇ ਹੋਰ ਮੁਲਕ ਵਿੱਚ ਵੀ ਆ, ਸਿੱਖ ਫਾਊਂਡੇਸ਼ਨ ਉੱਥੇ ਆਪਣਾ ਮੁੱਢ ਕਰੀਮੀ ਫਰਜ਼ ਆ ਉਹ ਸਮਝਦੇ ਹੋਏ ਉਹਦੇ ਤੇ ਪਹਿਰਾ ਦਿੰਦੇ ਆ। ਤੇ ਉਹ ਸਾਰਾ ਕੁਝ ਤਦ ਹੀ ਹੋ ਰਿਹਾ ਕਿਉਂਕਿ ਜਦੋਂ ਦਾਸ ਹਮੇਸ਼ਾ ਬੇਨਤੀ ਕਰਦਾ ਹੁੰਦਾ ਵੀ ਜਦੋਂ ਅਸੀਂ ਇਹੋ ਜਿਹੇ ਇਕੱਠ ਸੱਦਦੇ ਆ, ਇਹ ਇਕੱਠ ਜਿਹੜੇ ਆ, ਮੈਂ ਹਮੇਸ਼ਾ ਕਹਿੰਦਾ ਹੁੰਦਾ ਵੀ ਇਹ ਇੱਕ ਸਾਡੀ ਇੱਕ ਕਿਸਮ ਦੀ, ਜਿੱਦਾਂ ਤੁਸੀਂ ਸਮਝ ਲਓ ਵੀ ਇੱਕ ਸਾਲ ਲਈ ਸਾਨੂੰ ਚਾਰਜ ਕਰਨ ਵਾਲੀ, ਬੈਟਰੀ ਚਾਰਜ ਕਰਨ ਵਾਲੀ ਇੱਕ ਗੱਲ ਹੋ ਜਾਂਦੀ ਆ। ਕਿਉਂਕਿ ਐਡਾ ਵੱਡਾ ਅੰਗਾਰਾ ਜਿਹੜਾ ਹੁੰਦਾ ਉਹਦੇ ਨਾਲ ਇੰਨਾ ਹੌਸਲਾ ਹੁੰਦਾ ਕਿ ਤੁਹਾਡੀ ਰੂਹ ਕਰਦੀ ਆ ਕਿ ਤੁਸੀਂ ਕੰਮ ਕਰੀਏ। ਕਿਉਂਕਿ ਕਿਸੇ ਇਨਸਾਨ ਨੂੰ ਤੁਸੀਂ ਥਾਪੜਾ ਹੀ ਦੇ ਦਿਓ ਨਾ ਤੇ ਉਹ ਫੁੱਲਿਆ ਨਹੀਂ ਸਮਾਉਂਦਾ, ਭੱਜਾ ਫਿਰਦਾ। ਇਹੀ ਗੱਲ ਹੁੰਦੀ ਜਦੋਂ ਸੰਗਤਾਂ ਇਸ ਢੰਗ ਨਾਲ ਨਾ ਵੱਡੀ ਗਿਣਤੀ ਵਿੱਚ ਆ ਕੇ ਥਾਪੜਾ ਦੇ ਦਿੰਦੀਆਂ, ਆਪਣੀ ਆਸ਼ੀਰਵਾਦ ਦੇ ਦਿੰਦੀਆਂ, ਤੇ ਇਹ ਸਮਝੋ ਫਿਰ ਇਨਸਾਨ ਸਮਝਦਾ ਵੀ ਹਾਂ ਐਸੀ ਨਹੀਂ ਗੱਲ, ਜੇ ਆਪਾਂ ਕੋਈ ਸੇਵਾ ਕਰਦੇ ਹਾਂ ਤੇ ਸੰਗਤਾਂ ਜਿਹੜੀਆਂ ਆ ਉਹਦਾ ਪੂਰਾ ਸਾਥ ਕਰਕੇ ਜਿਹੜੀਆਂ ਅੱਜ ਆਪ ਨੂੰ ਆਸ਼ੀਰਵਾਦ ਦੇਣ ਲਈ ਇੱਥੇ ਪਹੁੰਚ ਗਈਆਂ। ਤੇ ਇੱਕ ਇੱਕ ਕਦਮ ਜਿਹੜਾ ਤੁਸੀਂ ਚੱਲ ਕੇ ਭਾਈ ਆਏ ਆ, ਉਹ ਆਪ ਜੀ ਦੇ ਉਸ ਕਦਮ ਨਾਲ ਇੱਕ ਸਾਲ ਸਾਰੀ ਫੈਡਰੇਸ਼ਨ ਦੀ ਜਿੰਨੀ ਸਾਡੀ ਲੀਡਰਸ਼ਿਪ ਟੀਮ ਹੈ, ਜਿੰਨੇ ਸਾਡੇ ਪ੍ਰਬੰਧਕ ਹਨ ਹਰ ਸ਼ਹਿਰਾਂ ਵਿੱਚ, ਉਹਨਾਂ ਨੂੰ ਤੁਸੀਂ ਇਸ ਢੰਗ ਨਾਲ ਥਾਪੜਾ ਦਿੱਤਾ, ਆਸ਼ੀਰਵਾਦ ਦਿੱਤੀ ਆ ਕਿ ਉਹ ਵੱਧ ਚੜ ਕੇ, ਚਾਹੇ ਉਹ ਕੌਮੀ ਕਾਰਜ ਹੋਣ ਕਿਸੇ ਮੁਜ਼ਾਹਰਿਆਂ ਦੇ ਜਾਂ ਗੁਰੂ ਘਰਾਂ ਦੇ ਵਿੱਚ, ਤੇ ਜਾਂ ਸਰਕਾਰਾਂ ਪ੍ਰਤੀ ਕਿਤੇ ਵੀ ਲੌਬਿੰਗ ਦੀ ਗੱਲ ਹੁੰਦੀ ਆ, ਉੱਥੇ ਫੈਡਰੇਸ਼ਨ ਦੇ ਨੁਮਾਇੰਦੇ ਜਿਹੜੇ ਆ ਉਹ ਵੱਧ ਚੜ ਕੇ ਜਦੋਂ ਵੀ ਸੁਨੇਹਾ ਕੋਈ ਲਾਈ ਦਾ ਪਹੁੰਚਦੇ ਆ। ਲੇਕਿਨ ਜਿਹੜਾ ਤੁਸੀਂ ਉਸ ਦਿਨ ਆਸ਼ੀਰਵਾਦ ਦਿੱਤੀ ਆ ਉਹਦੇ ਨਾਲ ਬਹੁਤ ਵੱਡੀ ਤਾਕਤ ਜਿਹੜੀ ਆ ਉਹ ਸਾਨੂੰ ਪ੍ਰਾਪਤ ਹੋਈ ਆ। ਸੋ ਆਪ ਸੰਗਤਾਂ ਦਾ ਬਹੁਤ ਬਹੁਤ ਅੱਜ ਉਚੇਚੇ ਤੌਰ ਤੇ ਸਾਡੇ ਮਨ ਵਿੱਚ ਸੀਗਾ ਕਿ ਭਾਈ ਅਸੀਂ ਇਹ ਨਾ ਹੋਵੇ ਕਿ ਲੋਕ ਇਹ ਕਹਿਣ ਵੀ ਮਤਲਬੀ ਲੋਕ ਆ, ਸੱਦ ਤਾਂ ਲਿਆ ਲੇਕਿਨ ਦੋ ਸ਼ਬਦ ਧੰਨਵਾਦ ਦੇ ਨਹੀਂ ਨਿਕਲੇ ਸੰਗਤ ਜੀ, ਕਿਉਂਕਿ ਟੈਲੀਵਿਜ਼ਨ ਤੇ ਸਮਾਂ ਲੈਣ ਤੋਂ ਬਿਨਾਂ ਕਿਸੇ ਤਰ੍ਹਾਂ ਸੁਨੇਹਾ ਨਹੀਂ ਜਾਂਦਾ। ਸੋ ਭਾਈ ਜੀ ਨੂੰ ਬੇਨਤੀ ਕੀਤੀ ਸੀ ਕਿ ਵੀਰਵਾਰ ਨੂੰ ਜੋ ਹੈ ਸਾਨੂੰ ਜ਼ਰੂਰ ਥੋੜ੍ਹਾ ਸਮਾਂ, ਅੱਧਾ ਪੌਣਾ ਘੰਟਾ ਕਿਰਪਾ ਕਰਕੇ ਦਿਓ, ਤਾਂ ਕਿ ਅਸੀਂ ਸੰਗਤਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਹੰਗਾਰਾ ਭਰਿਆ ਹੈ ਔਰ ਐਡੀ ਵੱਡੀ ਗਿਣਤੀ ਵਿੱਚ ਪਹੁੰਚੇ ਹਨ, ਉਹਨਾਂ ਦਾ ਧੰਨਵਾਦ ਜਿਹੜਾ ਕਰਨਾ ਸਾਡਾ ਬਣਦਾ। ਸੋ ਸੰਗਤ ਜੀ ਇੱਕ ਇੱਕ ਕਦਮ ਜਿੱਥੋਂ ਜਿੱਥੋਂ ਤੁਸੀਂ ਪਰਿਵਾਰਾਂ ਸਮੇਤ ਬੱਚੇ ਬੱਚੀਆਂ ਸਾਰੇ ਤੁਸੀਂ ਪਹੁੰਚ ਆਏ ਹੋ, ਇੱਕ ਇੱਕ ਕਦਮ ਜੋ ਹੈ ਆਪ ਜੀ ਦਾ ਸਾਡੇ ਸਿਰ ਮੱਥੇ ਹੈ। ਦਾਸ ਕੋਲ ਅਜਿਹੇ ਸ਼ਬਦ ਨਹੀਂ ਕਿ ਆਪ ਜੀ ਦਾ ਦਾਸ ਧੰਨਵਾਦ ਕਰ ਸਕੇ। ਮਨ ਹੀ ਮਨ ਦਿਲ ਦੀ ਡੰਗਾਈਆਂ ਤੋਂ ਹਾਰਦਿਕ ਜਿਹੜਾ ਹੈ ਸਿਰ ਝੁਕਾ ਕੇ ਧੰਨਵਾਦ ਆਪ ਜੀ ਦਾ ਕਰਦੇ ਹਾਂ ਕਿ ਤੁਸੀਂ ਨੇ ਹਾਜ਼ਰੀ ਭਰੀ ਹੈ। ਔਰ ਇਸੇ ਤਰ੍ਹਾਂ ਹੀ ਜੋ ਸੰਗਤ ਟੈਲੀਵਿਜ਼ਨ ਹੈ ਉਹਨਾਂ ਦੇ ਸਾਰੇ ਪ੍ਰਬੰਧਕਾਂ ਦਾ, ਸਾਰੇ ਸਟਾਫ ਦਾ ਵੀ ਹਾਰਦਿਕ ਧੰਨਵਾਦ ਹੈ ਕਿ ਆਪ ਜੀ ਨੇ ਪੂਰਾ ਸਹਿਯੋਗ ਦਿੱਤਾ ਹੈ ਕਿ ਤਾਂ ਕਿ ਸੰਗਤ ਜਿਹੜੀ ਹੈ ਉਹਦੇ ਤੱਕ ਸੁਨੇਹਾ ਪਹੁੰਚੇ। ਤੇ ਸੰਗਤਾਂ ਨੇ ਵੀ ਸੁਨੇਹਾ ਸੁਣ ਕੇ ਘਰ ਨਹੀਂ ਬੈਠੇ, ਸੰਗਤਾਂ ਨੇ ਵੀ ਆਪਣਾ ਪੂਰਾ ਬਣਦਾ ਜਿਹੜਾ ਆ ਉਹ ਫਰਜ਼ ਅਦਾ ਕੀਤਾ ਹੈ। ਸੋ ਆਪ ਸਾਰਿਆਂ ਦਾ ਦੁਬਾਰਾ ਬਹੁਤ ਬਹੁਤ ਧੰਨਵਾਦ ਹੈ ਜੀ। ਸੋ ਸਾਧ ਸੰਗਤ ਜੀ, ਇਹ ਸਨ ਸਰਦਾਰ ਅਮਰੀਕ ਸਿੰਘ ਜੀ ਗਿੱਲ, ਜਿਹੜੇ ਕਿ ਸਿੱਖ ਫੈਡਰੇਸ਼ਨ UK ਦੇ ਪ੍ਰਧਾਨ ਨੇ, ਜਿਨ੍ਹਾਂ ਨੇ, ਕਿਉਂ ਸਿੱਖ ਫੈਡਰੇਸ਼ਨ ਇੱਕ ਸਿੱਖਾਂ ਦੀ ਕੌਮ ਦੀ ਇੱਕ ਰਾਜਨੀਤਿਕ ਆਰਗੇਨਾਈਜੇਸ਼ਨ ਆ, ਪੰਥਕ ਆਰਗੇਨਾਈਜੇਸ਼ਨ ਆ, ਜਿਹੜੀ ਕਿ ਸਿੱਖਾਂ ਦੇ ਪ੍ਰਤੀ ਹਰ ਮਸਲਿਆਂ ਤੇ ਬੜੀ ਸੁਹਿਰਦਤਾ ਦੇ ਨਾਲ ਅੱਗੇ ਵਧ ਰਹੀ ਆ, ਚੰਗੇ ਕੰਮ ਕਰ ਰਹੀ ਆ। ਸੋ ਸਾਧ ਸੰਗਤ ਜੀ, ਇਹ ਚੰਗੇ ਕੰਮ ਤਾਂ ਹੀ ਕਰ ਸਕਦੇ ਨੇ, ਇਹ ਅੱਗੇ ਤਾਂ ਹੀ ਵੱਧ ਸਕਦੇ ਨੇ ਜਿਸ ਤਰ੍ਹਾਂ ਆਪ ਸਭ ਨੇ ਬੜਾ ਵਧੀਆ ਹੁੰਗਾਰਾ ਭਰਿਆ ਪਿਛਲੇ ਐਤਵਾਰ ਨੂੰ ਕਾਨਫਰੰਸ ਕਰਕੇ। ਸੋ ਇਹੋ ਜਿਹੇ ਹੁੰਗਾਰੇ ਦੇ ਨਾਲ ਉਹਨਾਂ ਦੇ ਅੱਗੋਂ ਹੌਸਲੇ ਬੁਲੰਦ ਹੁੰਦੇ ਨੇ, ਤਾਂ ਕਿ ਉਹ ਆਪਣੀ ਇੱਕ ਰਾਜਨੀਤਿਕ ਔਰ ਪੰਥਕ ਜਥੇਬੰਦੀ ਹੋਣ ਦੇ ਨਾਤੇ ਆਪਣੇ ਜੋ ਕਾਰਜ ਨੇ ਉਹਨਾਂ ਨੂੰ ਹੋਰ ਵੀ ਸਹੀ ਤਰੀਕੇ ਦੇ ਨਾਲ ਗਾਂਹ ਤੋਰ ਸਕਣ। ਹੁਣ ਮੈਂ ਸਰਦਾਰ ਦਵਿੰਦਰਜੀਤ ਸਿੰਘ ਜੀ ਉਹਨਾਂ ਕੋਲ ਚੱਲਾਂਗਾ। ਸਰਦਾਰ ਦਵਿੰਦਰਜੀਤ ਜੀ, ਤੁਸੀਂ ਕਿਸ ਤਰ੍ਹਾਂ ਇਹ ਕਾਨਫਰੰਸ, ਜੋ ਲੋਕਾਂ ਨੂੰ ਬਹਿਣ ਵਾਸਤੇ ਵੀ ਜਗ੍ਹਾ ਨਹੀਂ ਸੀ ਉਦੋਂ ਮਿਲਦੀ ਸਮੇਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ, ਤੁਸੀਂ ਕਿਸ ਤਰ੍ਹਾਂ ਲੈਂਦੇ ਜੇ ਇਸ ਵੱਡੀ ਕਾਨਫਰੰਸ ਨੂੰ? ਭਾਈ ਦੇਖੋ, ਜਿਹੜੀਆਂ ਗੱਲਾਂ ਭਾਈ ਅਮਰੀਕ ਸਿੰਘ ਨੇ ਦੱਸੀਆਂ ਉਹ ਮੈਂ ਦੁਬਾਰਾ ਤਾਂ ਨਹੀਂ ਰਿਪੀਟ ਕਰਦਾ, ਬਿਕਾਜ਼ ਮੇਨ ਚੀਜ਼ ਦਾ ਹੁੰਦਾ ਵੀ ਸੰਗਤ। ਹਾਂਜੀ, ਜਿਹੜੀ ਸੰਗਤ ਉੱਤੇ ਸੀ, ਪਰ ਸੰਗਤ ਵੀ ਤਾਂ ਆਉਂਦੀ ਜੇ ਆਪਾਂ ਮੀਡੀਆ ਵਿੱਚੋਂ ਗੱਲ ਚਾਹੁੰਦੇ ਜੀ। ਤਾਂ ਜਿਹੜਾ ਸੰਗਤ TV ਨੇ ਆਪਾਂ ਪਿਛਲੇ 2-3 ਹਫ਼ਤੇ ਪ੍ਰੋਗਰਾਮ ਵੀ ਦਿੱਤੇ, ਪ੍ਰੋਮੋ ਵੀ ਚੱਲਿਆ,
ਪਰ ਮੈਂ ਇੱਕ ਚੀਜ਼ ਐਡ ਹੀ ਕਰਨੀ ਆ ਵੀ ਜਿਹੜਾ ਗੁਰੂ ਨਾਨਕ ਗੁਰਦੁਆਰਾ ਸਮੇਤਕ ਦੇ ਪ੍ਰਬੰਧਕ ਜੀ ਤੇ ਜਿਹੜੇ ਉੱਥੇ 3 ਦਿਨਾਂ ਸੇਵਾ ਲੰਗਰ ਦੀ ਸੇਵਾ ਕਰਕੇ ਪ੍ਰਬੰਧਕਾਂ ਦਾ ਤਾਂ ਆਪਾਂ ਨੂੰ ਪਤਾ ਹੁੰਦਾ, ਜੀ ਭਾਈ ਜਤਿੰਦਰ ਸਿੰਘ, ਭਾਈ ਕੁਲਦੀਪ ਸਿੰਘ, ਪਰ ਜਿਹੜੇ ਲੰਗਰ ਹਾਲ ਵਿੱਚ ਜਿਹਨਾਂ 3 ਦਿਨ ਹੀ ਸੇਵਾ ਕੀਤੀ ਜੀ ਤੇ ਜਦੋਂ ਸੰਗਤ ਵੀ ਇੰਨੀ ਜ਼ਿਆਦਾ ਹੁੰਦੀ ਆ, ਉਹਨਾਂ ਦਾ ਵੀ ਸਾਡਾ ਫਰਜ਼ ਬਣਦਾ ਵੀ ਉਹਨਾਂ ਦਾ ਵੀ ਧੰਨਵਾਦ ਕਰਨਾ, ਜੀ ਬਿਕੋਜ਼ ਕਈ ਵਾਰੀ ਕਨਵੈਨਸ਼ਨ ਵਿੱਚ ਟਾਈਮ ਨਹੀਂ ਮਿਲਦਾ ਹੁੰਦਾ ਵੀ ਸਾਰਿਆਂ ਨੂੰ ਉੱਥੇ ਧੰਨਵਾਦ ਕਰਨਾ। ਜੀ ਪਰ ਇਹਦੇ ਨਾਲ ਹੀ ਭਾਈ ਗਾਂ ਵੀ ਆਪਾਂ ਗੱਲ ਕਰਨੀ ਵੀ ਸੰਗਤ ਕਿਉਂ ਜ਼ਰੂਰੀ ਆ, ਜੀ ਬਿਕੋਜ਼ ਜਿਹੜੀਆਂ ਤੁਸੀਂ ਤਸਵੀਰਾਂ ਟੈਲੀਵਿਜ਼ਨ ਤੇ ਦੇਖਦੇ ਆ ਜੀ ਇਹਦੇ ਵਿੱਚ 2 ਖਾਸ ਨੇ ਸੀਗੇ। ਇੱਕ ਤਾਂ ਸੀਗਾ ਨੌਜਵਾਨ, ਜੀ ਤਾਂ ਤੁਸੀਂ ਦੇਖ ਲਓ ਵੀ ਜਿਹੜੀਆਂ ਤਸਵੀਰਾਂ ਬੁਲਾਰਿਆਂ ਦੀਆਂ ਆਈਆਂ ਵੀ ਜਿਹੜੇ ਨੌਜਵਾਨ ਪੈਨਲ ਵਿੱਚ ਸੇਵਾ ਕਰਦੇ ਉਹੀ ਸਿਰਫ ਬੋਲੇ ਸੀ, ਪਰ ਹੋਰ ਵੀ ਨੌਜਵਾਨ ਹੈਗੇ ਜਿਨ੍ਹਾਂ ਦੇ ਆਪਾਂ ਨਾਂ ਵੀ ਲਏ ਸੀ ਜਿਹੜੇ ਬਿਹਾਈਂਡ ਦ ਸੀਨਸ ਨਹੀਂ ਤਾਂ ਸਲਾਹਕਾਰ ਦੇ ਤੌਰ 'ਤੇ ਜਥੇਬੰਦੀ ਵਿੱਚ ਹਿੱਸਾ ਲੈ ਰਹੇ। ਇਹ ਸੰਗਤ ਵਿੱਚ ਦੱਸਣਾ ਬਹੁਤ ਜ਼ਰੂਰੀ ਸੀ। ਤੇ ਦੂਸਰਾ ਸੀਗਾ ਵੀ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਹਾਂ, ਪ੍ਰਾਪਤੀ ਕਰਦੇ ਹਾਂ, ਜਦੋਂ ਸੰਗਤ ਏਡੀ ਵੱਡੀ ਗਿਣਤੀ ਵਿੱਚ ਇਕੱਠੀ ਹੁੰਦੀ ਜੀ ਉਹ ਸੁਨੇਹਾ ਬਾਹਰ ਵੀ ਜਾਂਦਾ। ਜੀ ਹੁਣ ਦੇਖ ਲਓ ਵੀ ਪਿਛਲੇ ਜਦੋਂ ਦੀ ਰਾਣੀ ਪੂਰੀ ਹੋਈ, ਸਾਰੇ ਜਿਹੜੇ ਪੋਲੀਟੀਸ਼ੀਅਨ ਤੇ ਸਰਕਾਰ ਇਹਨਾਂ ਦੀ ਪਾਲਿਸੀ ਆ ਵੀ ਤੁਸੀਂ ਕੋਈ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਪਾ ਸਕਦੇ, ਜੀ ਚਾਹੇ ਰਾਣੀ ਦੇ ਸੰਬੰਧ 'ਚ ਪਾ ਸਕਦੇ, ਕੋਈ ਸਰਕਾਰੀ ਮਹਿਕਮੇ ਕੋਈ ਸਟੇਟਮੈਂਟ ਨਹੀਂ ਦੇਣੀ। ਪਰ ਉਹ ਚੀਜ਼ਾਂ ਦੇਖਦੇ ਤਾਂ ਹੈ ਜਿਹੜੀਆਂ ਆਪਾਂ ਤਸਵੀਰਾਂ ਲਾਈਆਂ ਕਨਵੈਨਸ਼ਨ ਦੀਆਂ, ਸੰਗਤੀਆਂ ਲਾਈਆਂ, ਉਹ ਸੋਚ ਰਿਹਾ ਵੀ ਦੇਖੋ ਸਿੱਖ ਆਪਣਾ ਕੰਮ ਵੀ ਕਰੀ ਜਾਂਦਾ। ਜੀ ਤਾਂ ਇਹ ਬਹੁਤ ਜ਼ਰੂਰੀ ਆ ਬਿਕੋਜ਼ ਜਦੋਂ ਆਪਾਂ ਗੱਲ ਕਰਦੇ ਆ ਜਿਹੜੀ ਜਥੇਬੰਦੀ ਗੁਰੂ ਘਰਾਂ ਵਿੱਚ ਜਾ ਕੇ ਪ੍ਰੋਗਰਾਮ ਕਰਦੀ, ਜੀ ਬਹੁਤ ਘੱਟ ਜਥੇਬੰਦੀਆਂ ਜਿਹੜੇ ਐਕਚੁਅਲੀ ਗੁਰੂ ਘਰ ਵਿੱਚ ਰੈਗੂਲਰਲੀ ਹੁਣ ਤਾਂ ਤਕਰੀਬਨ 1984 ਤੋਂ ਕਰ ਰਹੇ। ਜੀ ਜੀ ਤੇ ਜੇ ਤੁਸੀਂ ਹੋਰ ਕਈ ਵਾਰੀ ਆਰਗੇਨਾਈਜੇਸ਼ਨ ਬਣਦੀ ਉਹ ਮੀਟਿੰਗਾਂ ਕਰਦੇ ਆ, ਹਾਂਜੀ ਪਰ ਉਹ ਕਦੀ ਅਖੰਡ ਪਾਠ ਸਾਹਿਬ ਨਹੀਂ ਰੱਖਦੇ, ਸ਼ਹੀਦਾਂ ਦੀ ਯਾਦ ਵਿੱਚ ਨਹੀਂ ਰੱਖਦੇ। ਆਪਾਂ ਤਾਂ ਉੱਥੇ ਜਾ ਕੇ ਦੱਸੀ ਜਾ ਹਰ ਪ੍ਰੋਗਰਾਮ 'ਚ ਕੰਮ ਵੀ ਹੋ ਰਿਹਾ ਨਾਲ ਜੀ। ਤਾਂ ਮੈਨੂੰ ਲੱਗਦਾ ਵੀ ਹਰ ਸਾਲ ਤਾਂ ਇਸ ਸਾਲ ਕੋਈ ਡਿਫਰੈਂਟ ਨਹੀਂ ਸੀ ਵੀ ਜਿੰਨੀ ਵੀ ਸੰਗਤ ਉੱਥੇ ਗੁਰੂ ਨਾਨਕ ਗੁਰਦੁਆਰਾ ਸਮੇਤਕ ਆਈ ਸੀ, ਜੀ ਜਦੋਂ ਤੁਹਾਨੂੰ ਬਾਹਰ ਵੀ ਮਿਲਦੇ ਸੀ ਉਹ ਤਕਰੀਬਨ ਸਿਰਫ ਕਨਵੈਨਸ਼ਨ ਦੀ ਨਹੀਂ ਗੱਲ ਕਰਦੇ ਸੀ, ਉਹ ਕਰਦੇ ਸੀ ਜਿਹੜੇ ਆਪਾਂ ਪ੍ਰੋਗਰਾਮ ਵੀ ਦਿੱਤੇ ਜਿੱਦਾਂ ਸੰਗਤ ਟੀਵੀ ਤੇ ਦੱਸਿਆ। ਕਈ ਲੋਕ ਫਿਰ ਉਹਨਾਂ ਤੋਂ ਪਤਾ ਲੱਗਾ ਵੀ ਐਕਚੁਅਲੀ ਇਹ ਕੰਮ ਹੋ ਰਿਹਾ ਆ। ਜੀ ਤਾਂ ਮੈਨੂੰ ਲੱਗਦਾ ਵੀ ਜਿੱਥੇ ਆਪਾਂ ਕਨਵੈਨਸ਼ਨ ਕੀਤੇ ਉੱਥੇ ਮੀਡੀਆ ਦਾ ਰੋਲ ਰੈਗੂਲਰਲੀ ਸੰਗਤ ਨੂੰ ਅਪਡੇਟ ਕਰਨਾ, ਜਿੱਦਾਂ ਤੁਸੀਂ ਆ ਪੰਥਕ ਮਸਲੇ ਪ੍ਰੋਗਰਾਮ ਸ਼ੁਰੂ ਕੀਤਾ, ਇਹ ਵੀ ਬਹੁਤ ਜ਼ਰੂਰੀ ਆ ਵੀ ਆਪਾਂ ਦਰਸ਼ਕਾਂ ਨੂੰ ਸੰਗਤ ਨੂੰ ਦੱਸ ਸਕੀਏ ਵੀ ਆਹ ਮਸਲੇ ਆ ਜੀ, ਤਾਂ ਆਹ ਕੰਮ ਹੋ ਰਿਹਾ ਤੇ ਉਹਨਾਂ ਦਾ ਕੀ ਵਿੱਚ ਹਿੱਸਾ ਹੋ ਸਕਦਾ। ਜੀ ਸੋ ਸਾਧ ਸੰਗਤ ਜੀ, ਸਰਦਾਰ ਦਵਿੰਦਰਜੀਤ ਸਿੰਘ ਜੀ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਕਿਸ ਤਰ੍ਹਾਂ ਜੋ ਇਹ ਏਡੀ ਵੱਡੀ ਕਾਨਫਰੰਸ ਹੋਈ ਤੁਹਾਡੇ ਆਉਣ ਨਾਲ ਉਹਨਾਂ ਨੂੰ ਕਿੰਨਾ ਉਹ ਹੋਰ ਉਤਸ਼ਾਹ ਮਿਲਦਾ ਆ। ਸੋ ਜਿਹੜੇ ਬਾਕੀ ਦੇ ਕੰਮ ਰਹਿੰਦੇ ਨੇ ਉਹ ਵੀ ਕਿੰਨੀ ਹੋਰ ਗਾਂ ਤਵੱਜੋ ਨਾਲ ਉਹਨਾਂ ਨੂੰ ਕਰਨਗੇ। ਪ੍ਰਧਾਨ ਜੀ, ਪਿਛਲੇ ਜੋ ਥੋੜ੍ਹੀਆਂ ਜਿਹੀਆਂ ਜਿਹੜੀਆਂ ਤੁਸੀਂ ਥੋੜ੍ਹੇ ਟਾਈਮ ਦੇ ਵਿੱਚ ਜਿਹੜੀਆਂ ਪ੍ਰਾਪਤੀਆਂ ਹੋਈਆਂ ਨੇ ਸਿੱਖ ਫੈਡਰੇਸ਼ਨ UK ਦੀਆਂ, ਉਹਨਾਂ ਨੂੰ ਜਲਦੀ ਦੱਸ ਕੇ, ਕਿਉਂਕਿ ਫਿਰ ਮੁੜ ਕੇ ਆਪਾਂ ਨੇ ਅੱਜ ਤੁਸੀਂ ਵੈਸਟਮਿਨਸਟਰ ਵਿੱਚ ਵੀ ਗਏ ਸੀਗੇ ਇੱਕ, ਕਿਉਂਕਿ ਸਿੱਖਾਂ ਦੀ ਇੱਕ ਰਾਜਨੀਤਿਕ ਜਮਾਤ ਹੋਣ ਕਰਕੇ ਤੁਸੀਂ ਜੋ ਉੱਥੇ ਗਏ ਸੀਗੇ ਇੱਕ ਫਰਜ਼ ਬਣਦਾ ਸੀਗਾ। ਸੋ ਪਹਿਲਾਂ ਤਾਂ ਇਹ ਦੱਸੋ ਕਿ ਪਿਛਲੇ 12 ਮਹੀਨਿਆਂ ਵਿੱਚ ਜੋ ਸਿੱਖ ਫੈਡਰੇਸ਼ਨ ਨੇ ਜੋ ਮੋਟੇ ਜੋ ਕੰਮ ਸੀਗੇ ਜੋ ਤਾਂ ਕਿ ਥੋੜ੍ਹੇ ਟਾਈਮ ਦੇ ਵਿੱਚ ਦੱਸੇ ਜਾਣ। ਦੇਖੋ ਭਾਊ ਜੀ, ਸੰਗਤ ਜਿਹੜੀ ਆ ਉਹ ਅੱਜ ਕੱਲ੍ਹ ਜਿਹੜੀ ਹੈਗੀ ਆ ਬਹੁਤ ਸੂਝਵਾਨ ਹੋ ਚੁੱਕੀ ਆ, ਬਹੁਤ ਸਿਆਣੇ ਲੋਕ ਹੋ ਚੁੱਕੇ ਆ। ਸੰਗਤਾਂ ਐਕਸਪੈਕਟ ਕਰਦੀਆਂ ਕਿ ਆਪਾਂ ਸੰਗਤਾਂ ਨੂੰ ਬਲਫ ਨਾ ਕਰੀਏ, ਸੰਗਤਾਂ ਨੂੰ ਗਮਰਾਹ ਨਾ ਕਰੀਏ। ਉਹ ਕੋ ਪੁਰਾਣਾ ਜ਼ਮਾਨਾ ਹੁੰਦਾ ਸੀਗਾ, ਲੋਕ ਸਟੇਜਾਂ ਤੇ ਗੱਲਾਂ ਗੁੱਲਾਂ ਕਰਕੇ ਹੈ ਨਾ ਤੇ ਹੁੰਦਾ ਵਿੱਚ ਕੁਛ ਨਹੀਂ ਸੀ। ਅਸੀਂ ਤਕਰੀਬਨ ਪਿਛਲੇ 20 ਸਾਲ ਤੋਂ ਭਾਊ ਜੀ ਲਗਾਤਾਰ ਆਪਣੇ ਕੰਮਾਂ ਦਾ ਵੇਰਵਾ ਜਿਹੜਾ ਹੈ ਨਾ ਉਹ ਇਹ ਨਿਰਾ ਇੱਕ ਗੱਲਾਂ ਨਾਲ ਨਹੀਂ, ਹਰ ਕੰਮ ਦਾ ਵੇਰਵਾ ਜਿਹੜਾ ਅਸੀਂ ਹਰ ਸਾਲ ਇੱਕ ਕਿਤਾਬਚਾ ਜਿਹੜਾ ਆ ਉਹ ਹੁੰਦੀਆਂ ਸਾਡੀਆਂ ਉਸ ਜਿੱਦਾਂ ਤਕਰੀਬਨ ਸਾਲ ਦੀਆਂ ਜਿਹੜਾ ਹੁਣ 2021 ਤੋਂ 2022 ਤੱਕ ਦੀਆਂ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਉਹ ਅਸੀਂ ਸਾਰੀਆਂ ਜਿਹੜੀਆਂ ਇੱਕ ਕਿਤਾਬਚੇ ਦੇ ਰੂਪ ਦੇ ਵਿੱਚ ਹਰ ਸਾਲ ਪਬਲਿਸ਼ ਕਰਦੇ ਹਾਂ ਤੇ 10,000 ਕਾਪੀ ਛਪਾ ਕੇ ਉੱਥੇ ਰੱਖੀ ਦੀ ਆ ਵੀ ਹਰ ਇੱਕ ਪਰਿਵਾਰ
ਆਪਣੇ ਘਰ ਇੱਕ ਇੱਕ ਕਿਤਾਬਚਾ ਲੈ ਕੇ ਜਾਓ, ਜੀ ਆਪਣੇ ਬੱਚਿਆਂ ਨੂੰ ਕਹੋ ਵੀ ਭਾਈ ਜਦੋਂ ਕਿਤੇ ਤੁਹਾਡੇ ਕੋਲ ਸਮਾਂ ਹੋਵੇ ਇਹਨੂੰ ਫਲਿੱਕ ਕਰੋ, ਤੇ ਜਿੱਥੋਂ ਤੁਸੀਂ ਖੋਲੋਗੇ ਨਾ ਜੀ ਉੱਥੋਂ ਹੀ ਤੁਹਾਨੂੰ ਲੱਗੂਗਾ ਭਈ ਆਹ ਕੰਮ ਵੀ ਹੋਇਆ, ਦੂਜੇ ਵਰਕੇ ਤੇ ਖੋਲੂਗੇ ਪਤਾ ਲੱਗੂਗਾ ਵੀ ਆਹ ਕੰਮ ਵੀ ਹੋਇਆ। ਜੀ ਉਹਦੇ ਵਿੱਚ ਕੋਈ ਕਿਸੇ ਇੱਕ ਸਿੰਘ ਦੀ ਜਾਂ ਜਥੇਬੰਦੀ ਦੀ ਕੋਈ ਸਿਫਤ ਦੀ ਗੱਲ ਨਹੀਂ, ਜੀ। ਉਹਦੇ ਵਿੱਚ ਕੱਲੀ ਕੀਤੇ ਹੋਏ ਕੰਮ ਦਾ ਵੇਰਵਾ ਦਰਜ ਹੁੰਦਾ। ਜੀ। ਤੇ ਇਸ ਕਰਕੇ ਸੰਗਤ ਜਿਹੜੀ ਹੈਗੀ ਉਹਨਾਂ ਨੂੰ ਪਤਾ ਵੀ ਜੇ ਇਹ ਸਿੰਘ ਗੁਰੂ ਮਹਾਰਾਜ ਦੇ ਹਜ਼ੂਰ ਆ ਕੇ ਇੱਥੇ ਕੋਈ ਗੱਲ ਕਰਦੇ ਆ ਜੀ ਤੇ ਇਹ ਅਰਦਾਸ ਵੀ ਕਰਦੇ ਵੀ ਸਤਿਗੁਰੂ ਡਿਲੀਵਰ ਤੂੰ ਕਰਾਉਣਾ, ਜੀ ਜੀ ਸਾਡੇ ਹੱਥ ਪੱਲੇ ਕੁਛ ਨਹੀਂ। ਵੀ ਮਹਾਰਾਜ ਜੇ ਤੂੰ ਸੇਵਾ ਲਈ ਆ ਨਾ, ਜੀ ਤੂੰ ਸੇਵਾ ਆਪ ਲੈਣੀ ਆ, ਤੇ ਸਤਿਗੁਰਾਂ ਨੇ ਆਪ ਕਾਰਜ ਜਿਹੜੇ ਆ ਜੀ। ਉਹ ਕਰਾਏ ਆ ਪਿਛਲੇ 12 ਮਹੀਨਿਆਂ ਦੇ ਵਿੱਚ। ਬਹੁਤ ਜਦੋਂ ਹਾਲਾਂਕਿ ਪੈਂਡੈਮਿਕ ਦੇ ਵਿੱਚ ਕਈ ਖੜੋਤ ਪੈ ਗਈ ਸੀ, ਜੀ ਲੇਕਿਨ ਜਥੇਬੰਦੀ ਨੇ ਮਹਾਰਾਜ ਦੀ ਕਿਰਪਾ ਨਾਲ ਖੜੋਤ ਨਹੀਂ ਹੋਣ ਦਿੱਤੀ। ਜੀ ਅਸੀਂ ਉਸ ਹਾਲਾਤਾਂ ਦੇ ਵਿੱਚ ਵੀ ਅਸੀਂ ਜ਼ੂਮ ਦੇ ਉੱਤੇ ਸੈੱਟ ਕਰਕੇ ਜੀ। ਤਕਰੀਬਨ 4 ਵੱਡੀਆਂ ਲੌਬੀ ਕੀਤੀਆਂ, ਜਿਹੜੇ ਤਕਰੀਬਨ 35 ਤੋਂ ਲੈ ਕੇ 45 ਤੱਕ ਮੈਂਬਰ ਆਫ ਪਾਰਲੀਮੈਂਟ ਉਹਦੇ ਵਿੱਚ ਹਿੱਸਾ ਲੈਂਦੇ ਰਹੇ, ਜੀ। ਜ਼ੂਮ ਤੇ ਲੈਂਦੇ ਰਹੇ ਆ, ਔਰ ਕੱਲਾ ਮਸਲਾ ਜਿਹੜਾ ਹੈਗਾ ਆ ਉਹ ਸੰਗਤ ਦੇ ਸਾਹਮਣੇ ਰੱਖਦੇ ਰਹੇ ਆ। ਜੀ ਔਰ ਪਿਛਲੇ ਸਾਲ ਜਦੋਂ ਕਨਵੈਨਸ਼ਨ ਤੋਂ ਬਾਅਦ ਹੀ ਇੱਥੋਂ ਦੀ ਜਿਹੜੀ ਗ੍ਰਹਿ ਮੰਤਰੀ ਸੀ ਉਹਨੇ ਕਾਫੀ ਸਿੱਖਾਂ ਦੇ ਸੰਬੰਧ ਦੇ ਵਿੱਚ ਨੈਗੇਟਿਵ ਰੋਲ ਸ਼ੁਰੂ ਕਰ ਦਿੱਤਾ ਸੀਗਾ। ਜੀ। ਆਪ ਜੀ ਨੂੰ ਅਸੀਂ ਪਿੱਛੇ ਵੀ ਦੱਸ ਗਿਆ, ਮੈਂ ਸੰਗਤਾਂ ਨੂੰ ਸਿਰਫ ਰਿਮਾਈਂਡ ਹੀ ਕਰਾਉਣਾ ਕਿ ਉਹ ਇੱਕ ਵੱਡੀ ਪ੍ਰਾਪਤੀ ਸੀ ਤੁਹਾਡੀ, ਕਿਉਂ ਇਹਨਾਂ ਨੇ ਸਾਡੇ ਜਿਹੜੀ ਗ੍ਰਹਿ ਮੰਤਰੀ ਸੀ ਉਹਨੇ ਅਮਰੀਕਾ ਦੇ ਵਿੱਚ ਜਾ ਕੇ ਸਿੱਖਾਂ ਪ੍ਰਤੀ ਜਿਹੜਾ ਸੀਗਾ ਉਹ ਇਹੋ ਜਿਹਾ ਸ਼ਬਦ ਕਹੇ ਸੀ ਜਿਹੜਾ ਕਿ ਸਿੱਖ ਇੱਕ ਸੱਦਬੱਧੀ ਆ ਜੀ। ਕਿ ਇਹ ਸਿੱਖ ਜਿਹੜੇ ਹੈਗੇ ਆ ਇਹ ਜਿਹੜੇ ਹੈਗੇ ਅੱਤਵਾਦ ਨੂੰ ਥੋੜਾ ਜਿਹਾ ਵੱਧ ਰਹੇ ਆ, ਜੀ। ਜਿਹੜੀ ਕਿ ਗੱਲ ਕਿਤੇ ਵੀ ਜਸਟੀਫਾਈ ਨਹੀਂ ਕਰ ਸਕੀ ਉਹਨੂੰ ਕਿਤੇ ਜੀ ਵੀ। ਜੀ ਇੱਥੋਂ ਦੀ ਇਹਨਾਂ ਦੀ ਆਪਣੀਆਂ ਰਿਪੋਰਟਾਂ ਕਿ ਸਿੱਖਾਂ ਦੇ ਵਿੱਚ ਸਭ ਤੋਂ ਮਿਨੀਮਮ ਜਿਹੜਾ ਹੈਗਾ ਆ ਉਹ ਇਹ ਪੱਖ ਹੈਗਾ, ਬਾਕੀ ਸਾਰਿਆਂ ਨੂੰ ਜਿਹੜੇ ਇਹਨਾਂ ਦੇ ਸਰਕਾਰੀ ਫਿਗਰਾਂ ਦੇ ਮੁਤਾਬਕ। ਜੀ ਇਸੇ ਤਰ੍ਹਾਂ ਹੀ ਜਿਹੜੇ ਅਸੀਂ ਇੱਥੇ 3 ਨੌਜਵਾਨਾਂ ਦੇ ਹੁਣ ਸਾਈਨ ਕੀਤੀ ਡਿਪੋਰਟੇਸ਼ਨ, ਉਹ ਵੀ ਸਤਿਗੁਰੂ ਦੀ ਕਿਰਪਾ ਨਾਲ ਸਮੁੱਚਾ ਸਿੱਖ ਪੰਥ ਜਿਹੜਾ ਸੀਗਾ ਉਹ ਡਟ ਗਿਆ, ਤੇ ਉਹ ਬੱਚੇ ਜਿਹੜੇ ਸੀ ਭਾਊ ਜੀ, ਉਹ ਕੋਰਟ ਨੇ ਇਹਨਾਂ ਦਾ ਕੇਸ ਜਿਹੜਾ ਸੀਗਾ ਜੀ। ਉਹ ਪਹਿਲੀ ਸੁਣਾਈ ਦੇ ਵਿੱਚ ਡ੍ਰੌਪ ਕਰਤਾ ਕਿ ਇਹਨਾਂ ਦਾ ਸਰਕਾਰੀ ਵਕੀਲ ਜਿਹੜਾ ਉਹ ਆਪਣਾ ਪੱਖ ਵੀ ਪੇਸ਼ ਨਹੀਂ ਕਰ ਸਕਿਆ। ਜੀ ਜੀ ਔਰ ਜੱਜ ਨੇ ਇਹ ਕਹਿਤਾ ਕਿ ਜੇ ਮਗਰੋਂ ਇਹ ਤੋਂ ਬਾਅਦ ਕਦੀ ਵੀ ਗ੍ਰਹਿ ਮੰਤਰੀ ਨੇ ਇਸ ਸੰਬੰਧ ਦੇ ਵਿੱਚ ਦੁਬਾਰਾ ਕੋਈ ਕਾਰਵਾਈ ਕੀਤੀ ਤੇ ਉਹ ਤੋਂ ਪਹਿਲਾਂ ਸਭ ਤੋਂ ਪਹਿਲਾਂ ਪਰਮਿਸ਼ਨ ਮੇਰੀ ਲੈਣਗੇ, ਮੈਂ ਸਾਈਨ ਕਰੂੰਗਾ ਵੀ ਇਹ ਹੋ ਸਕਦਾ ਕਿ ਨਹੀਂ। ਇਹ ਬਹੁਤ ਵੱਡੀ ਇੱਕ ਜੱਜਮੈਂਟ ਸੀਗੀ, ਔਰ ਕਨਵੈਨਸ਼ਨ ਤੋਂ ਇਮੀਡੀਏਟ ਬਾਅਦ ਹੀ ਜਿਹੜਾ ਸੀ ਉਹ ਉਸੇ ਮਹੀਨੇ ਦੇ ਵਿੱਚ ਉਹ ਕੇਸ 21-22 ਸਤੰਬਰ ਦੇ ਵਿੱਚ ਸੀਗਾ। ਤੇ ਸਤਿਗੁਰੂ ਦੀ ਕਿਰਪਾ ਨਾਲ ਇਹ ਵੱਡੀਆਂ ਜਿੱਤਾਂ ਜਿਹੜੀਆਂ ਹੈਗੀਆਂ ਐਵੇਂ ਨਹੀਂ ਪ੍ਰਾਪਤ ਹੋਈਆਂ, ਇਹਦੇ ਨਾਲ ਸਮੁੱਚੀ ਕੌਮ ਜਿਹੜੀ ਸੀ ਜੁੜੀ ਹੋ ਸੀ, ਆਪਾਂ ਵੀ ਉਹਦੇ ਨਾਲ ਸੀਗੇ। ਨੌਜਵਾਨਾਂ ਨੇ ਟੀਮਾਂ ਬਣਾ ਕੇ ਮਦਦ ਕੀਤੀ, ਔਰ ਉਸ ਗ੍ਰਹਿ ਮੰਤਰੀ ਦੇ ਸੰਬੰਧ ਦੇ ਵਿੱਚ ਇਹਦੇ ਵਿੱਚ ਦਰਜ ਆ 300 ਗੁਰੂ ਘਰ ਤੇ 300 ਜਥੇਬੰਦੀਆਂ ਨੇ ਇੰਡੀਵਿਜੂਅਲ ਲੋਕਾਂ ਦੇ ਪਟੀਸ਼ਨ ਸਾਨ ਕਰਕੇ ਇੱਥੋਂ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੂੰ ਦਿੱਤੀ ਸੀ ਕਿ ਇਹ ਗ੍ਰਹਿ ਮੰਤਰੀ ਜਿਹੜੀ ਹੈਗੀ ਇਹਦਾ ਆਹ ਰਵੱਈਆ ਆ, ਇਹ ਜਿਹੜੀ ਹੈਗੀ ਇਹਨੂੰ ਇਮੀਡੀਏਟਲੀ ਹਟਾਉਣਾ ਚਾਹੀਦਾ। ਔਰ ਨਾਲੇ ਵੀ ਕਿਹਾ ਸੀ ਵੀ ਗੁਰੂ ਨਾਨਕ ਪਾਤਸ਼ਾਹ ਦਾ ਸਾਡਾ ਜਿਹੜਾ ਸਿੱਖ ਧਰਮ ਦਾ ਬਾਨੀ ਆ ਉਹਦੇ ਅਵਤਾਰ ਪੁਰਬ ਤੇ ਇੱਥੋਂ ਦੀ ਸਰਕਾਰ ਵੱਲੋਂ ਜੋ ਕਿ ਹਰ ਸਾਲ ਅੱਗੇ ਹੁੰਦਾ ਆਇਆ, ਹਮੇਸ਼ਾ ਪ੍ਰਧਾਨ ਮੰਤਰੀ ਸਿੱਖਾਂ ਨੂੰ ਵਧਾਈ ਗੁਰਪੁਰਬ ਤੇ ਦਿੰਦੇ ਆ, ਲੇਕਿਨ ਦਿੱਤੀ ਨਹੀਂ ਸੀਗੀ। ਉਹਨੂੰ ਇਸ ਗੱਲ ਦੇ ਸੰਬੰਧ ਦੇ ਵਿੱਚ ਵੀ ਉਹਨੂੰ ਮਜਬੂਰ ਕਰਕੇ ਜਿਹੜਾ ਸੀ ਉਹ ਤੋਂ ਮਾਫੀ ਮੰਗਾਈ ਕਿ ਤੂੰ ਗਲਤ ਸੀਗਾ, ਔਰ ਤੈਨੂੰ ਮਾਫੀ ਇਹਦੇ ਸੰਬੰਧ ਦੇ ਵਿੱਚ ਉਹਨੂੰ ਮਾਫੀ ਮੰਗੀ, ਔਰ ਦਾਸ ਦੇ ਨਾਂ ਦੇ ਚਿੱਠੀ ਸਿੱਖ ਫੈਡਰੇਸ਼ਨ ਨੂੰ ਪਾਈ ਕਿ ਵਾਕਿਆ ਹੀ ਸਾਤੋਂ ਭੁੱਲ ਹੋਈ ਆ, ਔਰ ਆਉਣ ਵਾਲੇ ਸਮੇਂ ਵਿੱਚ ਅਸੀਂ ਮੇਕ ਸ਼ੋਰ ਕਰਾਂਗੇ ਜਿਹੜਾ ਮਰਜ਼ੀ ਵੀ ਪ੍ਰਧਾਨ ਮੰਤਰੀ ਹੋਵੇ, ਗੁਰੂ ਨਾਨਕ ਪਾਤਸ਼ਾਹ ਦੇ ਅਵਤਾਰ ਪੁਰਬ ਦੇ ਜੋ ਸਿੱਖ ਕੌਮ ਦਾ ਬਾਨੀ ਜਿਹਦੇ ਕਰਕੇ ਅਸੀਂ ਇੱਥੇ ਬੈਠੇ ਆ, ਜਿਹਦੇ ਕਰਕੇ ਸਾਡਾ ਵਜੂਦ ਆ, ਤੇ ਉਹਦੇ ਅਵਤਾਰ ਪੁਰਬ ਤੇ ਸਰਕਾਰ ਨੂੰ ਚੇਤਾ ਨਾ ਹੋਵੇ। ਤੇ ਇਹ ਜਿਹੜੀ ਸੀ ਇਹ ਤੁਹਾਡੀ ਕਿਰਪਾ ਨਾਲ ਉਹਨਾਂ ਨੂੰ ਮਜਬੂਰ ਕੀਤਾ, ਔਰ ਉਹਨਾਂ ਨੂੰ ਮਾਫੀ ਮੰਗਣੀ ਪਈ। ਤੀਜਾ ਉਹਨੂੰ ਇਹ ਲਿਖਿਆ ਸੀਗਾ ਕਿ ਇੱਕ ਇੱਥੋਂ ਦਾ ਜੰਪਲ ਜਿਹੜਾ ਨੌਜਵਾਨ ਆ ਜੱਗੀ ਜੌਲ, ਜਿਹਨੂੰ 5 ਸਾਲ ਹੋ ਗਏ ਆ, ਉਹਨੂੰ ਜੇਲ੍ਹ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਆਰਬਿਟਰੀ ਆ, ਜਿਹਦੇ ਤੇ ਕਾਨੂੰਨ ਨਹੀਂ ਉਹਨਾਂ ਨੂੰ ਲਾ ਕੇ ਦਿੱਤਾ, ਔਰ ਇਹਨਾਂ ਨੇ ਗੈਰ ਕਾਨੂੰਨੀ ਤੌਰ ਤੇ ਉਸ ਬੱਚੇ ਨੂੰ ਜੇਲ੍ਹ 'ਚ ਰੱਖਿਆ ਆ। ਜਿਹੜਾ ਓਪੋਜੀਸ਼ਨ ਦਾ ਇੱਥੋਂ ਦਾ ਲੀਡਰ ਸੀਗਾ ਕੇ ਸਟਾਰਮਨ, ਉਹਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ ਕਿ ਤੇਰਾ ਫਰਜ਼ ਬਣਦਾ ਇਹ ਜਿਹੜੀ ਆ ਇਹਦੀ ਡਿਟੈਂਸ਼ਨ ਗੈਰ ਕਾਨੂੰਨੀ ਆ, ਔਰ ਇਹਦੇ ਤੇ ਕਾਰਵਾਈ ਕਰੋ। ਇਹ ਚਿੱਠੀ ਜਿਹੜੀ ਸਾਨੂੰ ਪਾਈ ਉਹਦੇ ਵਿੱਚ ਇੱਕ ਪੂਰਾ ਪੇਜ ਜਿਹੜਾ ਸੀਗਾ ਉਹ ਜੱਗੀ ਜੌਲ ਤੇ ਆ ਸੰਗਤ ਜੀ ਕਿ ਵਾਕਿਆ ਹੀ ਉਹਨੂੰ ਗੈਰ ਕਾਨੂੰਨੀ ਤੌਰ ਤੇ ਰੱਖਿਆ ਗਿਆ ਆ, ਔਰ ਅਸੀਂ ਉਹਦੇ ਲਈ ਫੌਰੀ ਤੌਰ ਤੇ ਜਿਹੜੀ ਆ ਕਾਰਵਾਈ ਕਰਕੇ ਮੇਕ ਸ਼ੋਰ ਕਰਾਂਗੇ ਕਿ ਸਰਕਾਰ ਜਿਹੜੀ ਹੈਗੀ ਆ ਉਹਨੂੰ ਉਹਦੇ ਲਿਆਉਣ ਦਾ ਜਿਹੜਾ ਹੈਗਾ ਆ ਉਹ ਉਪਰਾਲਾ ਕਰੇ। ਇਹ ਕਾਰਜ ਜਿਹੜੇ ਆਪ ਦੀ ਕਿਰਪਾ ਨਾਲ ਹੋਏ ਆ, ਔਰ ਇਹਦੇ ਨਾਲ ਹੀ ਪਿਛਲੀਆਂ ਤਕਰੀਬਨ 12 ਮਹੀਨਿਆਂ ਦੇ ਵਿੱਚ ਬੜੀ ਵੱਡੀਆਂ ਚੇਂਜਾਂ ਜਿਹੜੀਆਂ ਆਈਆਂ ਇੱਥੋਂ ਦੀ ਨੁਮਾਇੰਦਗੀ ਦੇ ਸੰਬੰਧ ਦੇ ਵਿੱਚ ਵੀ। ਵੀ ਇੱਥੇ
ਸਰਕਾਰ ਦੇ ਵਿੱਚ ਔਰ ਸਰਕਾਰਾਂ ਦੇ ਵਿੱਚ ਹੀ ਨਹੀਂ, ਕੇਵਲ ਇੱਥੋਂ ਦੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ। ਅਸੀਂ 2001 ਤੋਂ ਲੈ ਕੇ ਜਦੋਂ ਅਸੀਂ ਪਹਿਲਾ ਸਿੱਖ ਏਜੰਡਾ ਬਣਾਇਆ, ਉੱਥੇ ਉਹਦੇ ਵਿੱਚ ਸਾਡੀ ਉਹ 10 ਨਕੋਤੀ ਸੀਗਾ, ਉਹਦੇ ਵਿੱਚ ਸਾਫ਼ ਸੀਗਾ ਕਿ ਜਿੰਨਾ ਚਿਰ ਸਿੱਖ ਜੀ ਆਪਣੇ ਨੁਮਾਇੰਦੇ ਜਿਹੜੇ ਹੈਗੇ ਆ, ਸਾਡੀ ਨੁਮਾਇੰਦਗੀ ਉਹਨਾਂ ਪਾਰਟੀਆਂ ਦੇ ਵਿੱਚ ਨਹੀਂ, ਉਹਨਾਂ ਅਦਾਰਿਆਂ ਵਿੱਚ ਨਹੀਂ ਹੁੰਦੇ ਜਿੱਥੇ ਫੈਸਲੇ ਕੀਤੇ ਜਾਂਦੇ ਆ, ਜਿੱਥੇ ਕਾਨੂੰਨ ਬਣੇ ਜਾਂਦੇ ਆ, ਜਿੱਥੇ ਡਿਸੀਜਨ ਬਣਦੇ ਆ, ਡਿਸੀਜਨ ਮੇਕਿੰਗ ਬੋਡੀਆਂ ਆ, ਉੱਥੇ ਨਹੀਂ ਜਾਂਦੇ। ਤੇ ਸਿੱਖਾਂ ਨੂੰ ਕਦੀ ਵੀ ਉਹਨਾਂ ਦਾ ਬਣਦਾ ਹੱਕ ਪ੍ਰਾਪਤ ਨਹੀਂ ਹੋਣਾ, ਕਿਉਂਕਿ ਫੈਸਲੇ ਹੋ ਜਾਂਦੇ ਆ, ਕਾਨੂੰਨ ਬਣ ਜਾਂਦੇ ਆ, ਲਾਗੂ ਹੋ ਜਾਂਦੇ ਆ, ਤੇ ਬਾਅਦ ਦੇ ਵਿੱਚ ਸਾਡੇ ਭਲੇ ਕੀ ਰਹਿ ਜਾਂਦਾ ਵੀ ਚਲੋ ਹੁਣ ਆਪਾਂ ਮੁਜ਼ਾਹਰਾ ਕਰੀਏ ਜੀ। ਇਹ ਮੁਜ਼ਾਹਰਿਆਂ ਦੀ ਸੰਗਤ ਜੀ ਲੋੜ ਨਹੀਂ। ਜੇਕਰ ਅਸੀਂ ਜਾਗਦੇ ਹੋਈਏ, ਸਾਨੂੰ ਪਤਾ ਹੋਵੇ ਆ ਕਾਨੂੰਨ ਬਣ ਰਿਹਾ, ਸਾਡੇ ਨੁਮਾਇੰਦੇ ਵਿੱਚ ਬੈਠੇ ਹੋਣ, ਉਹ ਸਾਨੂੰ ਫੌਰੀ ਦੱਸਣ ਪਿਆ ਕਾਨੂੰਨ ਬਣ ਰਿਹਾ, ਪਹਿਲੀ ਗੱਲ ਤਾਂ ਉੱਥੇ ਹੀ ਰੋਕਣਗੇ। ਜੇ ਉਹਨਾਂ ਦੀ ਗੱਲ ਤੋਂ ਬਾਹਰ ਆ ਗਈ ਤਾਂ ਇੱਕਦਮ ਕਹਿਣਗੇ ਕਿ ਹੁਣ ਕੰਸਲਟੇਸ਼ਨ ਹੋਣੀ ਆ, ਹੁਣ ਸਰਕਾਰ ਨੇ ਲੋਕਾਂ ਨੂੰ ਪੁੱਛਣਾ ਤੁਸੀਂ ਤਿਆਰ ਹੋ ਕੇ ਜਿਹੜਾ ਤੁਸੀਂ ਚਾਹੁੰਦੇ ਆ ਵੀ ਆਹ ਚੀਜ਼ ਸਾਡੇ ਪ੍ਰਤੀ ਨਹੀਂ, ਸਾਨੂੰ ਟੁੱਕਦੀ ਨਹੀਂ, ਸਾਡੇ ਫਿੱਟ ਨਹੀਂ ਪੈਂਦੀ, ਉਹਦੇ ਤੇ ਆਪਾਂ ਹੁਣੇ ਇਤਰਾਜ਼ ਕਰੀਏ ਤਾਂ ਕਿ ਉਹ ਬਣ ਨਾ। ਇਹਦੇ ਸੰਬੰਧ ਵਿੱਚ ਵੀ ਬਹੁਤ ਆਪਾਂ ਜਾਗਰਤੀ ਲਿਆਂਦੀ ਆ, ਘਰ ਘਰ ਥਾਂ ਥਾਂ ਜਾ ਕੇ ਲੋਕਾਂ ਨੂੰ ਦੱਸਿਆ ਭਾਈ ਇਹ ਕਾਰਜ ਜਿਹੜੇ ਹੈਗੇ ਆ ਤਦ ਹੋਣੇ ਆ, ਆਪਣੇ ਬੱਚਿਆਂ ਨੂੰ ਜਿਹੜੇ ਹੈਗਾ ਪੋਲੀਟਿਕਸ ਵਿੱਚ ਪਾਓ। ਔਰ ਬੜੀ ਖੁਸ਼ੀ ਦੀ ਗੱਲ ਆ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਸਤਿਗੁਰੂ ਕਿਰਪਾ ਕਰਕੇ ਜਦੋਂ ਵੀ ਮਰਜ਼ੀ ਇਲੈਕਸ਼ਨ ਹੋ ਸਕਦੀ ਆ, ਪੂਰੀ ਆਸ ਆ ਕਿ ਆਪਣੇ 5-6 ਹੋਰ ਜਿਹੜੇ ਆ ਸਾਡੇ ਬੱਚੀਆਂ ਜਿਹੜੇ ਆ ਉਹ ਮੈਂਬਰ ਆਫ ਪਾਰਲੀਮੈਂਟ ਜਿਹੜੇ ਬਣ ਜਾਣੇ। ਸਾਡੇ ਸ਼ਹਿਰ ਤੋਂ ਇੱਕ ਬੱਚੀ ਆ ਭਾਜੀ, ਤੁਸੀਂ ਵੀ ਗਏ ਸੀ ਉਦੋਂ, ਬੋਲੀ ਵੀ ਸੀ ਉੱਥੇ, ਉਹ ਬੱਚੀ ਜਿਹੜੀ ਆ ਸਤਬੀਰ ਕੌਰ, ਉਹ ਉੱਥੋਂ ਜਿਹੜੀ ਹੈਗੀ ਉਹ ਚੁਣੀ ਗਈ, ਆਪਣੇ ਜਿਹੜੀ ਆ ਉਹਦਾ ਨਾਂ ਜਿਹੜਾ ਹੈਗਾ ਆ, ਕਿਉਂਕਿ ਸਾਡੇ ਜਿਹੜਾ ਮੌਜੂਦਾ ਜਿਹੜਾ ਮੈਂਬਰ ਆਫ ਪਾਰਲੀਮੈਂਟ ਐਲਨ ਵਾਈਟ ਹੈਟ ਆ, ਉਹ ਰਿਟਾਇਰ ਹੋ ਰਿਹਾ, ਉਹ ਛੱਡ ਰਹੇ ਆ, ਤੇ ਉਸ ਬੱਚੀ ਨੂੰ ਜਿਹੜੀ ਆ ਸਤਬੀਰ ਕੌਰ ਨੂੰ ਉਹ ਸੀਟ ਜਿਹੜੀ ਮਿਲ ਗਈ ਆ, ਤੇ ਬਿਨੇਬਲ ਸੀਟ ਆ ਭਾਵ ਉੱਥੋਂ ਬੜੀ ਵਧੀਆ ਮੈਜੋਰਟੀ ਹੈ ਲੇਬਰ ਦੀ, ਉਹਨੇ ਜਿੱਤ ਜਾਣਾ ਹੈ। ਇਸੇ ਤਰ੍ਹਾਂ ਹਡਰਸਫੀਲਡ ਤੋਂ ਵੀ ਇੱਕ ਬੱਚੀ ਹੈ, ਉਹ ਵੀ ਇਸੇ ਤਰ੍ਹਾਂ ਹੀ ਉਹਦਾ ਵੀ ਨਾਂ ਜਿਹੜਾ ਹੈ ਉਹ ਵੀ ਇੱਕ ਸੀਟ ਹੈ ਜਿੱਥੇ ਲੇਬਰ ਦੀ ਤਕੜੀ ਮੈਜੋਰਟੀ ਹੈ, ਉਹਨੇ ਵੀ ਜਿੱਤ ਜਾਣਾ ਹੈ। 2 ਹੋਰ ਸੀਟਾਂ ਹਨ, ਐਲਫੋਰਡ ਸਾਊਥ ਤੇ ਡਰਬੀ ਸਾਊਥ, ਉੱਥੋਂ ਵੀ ਜਿਹੜਾ ਆ ਉਹ ਛੇਤੀ 1-2 ਵੀਕਾਂ ਦੇ ਵਿੱਚ ਤਕਰੀਬਨ ਫਾਈਨਲ ਹੋ ਜਾਣਾ। ਔਰ ਆਸ ਆ ਕਿ ਇਹ ਸੀਟਾਂ ਜਿਹੜੀਆਂ ਆ ਆਉਣ ਵਾਲੇ ਸਮੇਂ ਵਿੱਚ ਸਤਿਗੁਰੂ ਕਿਰਪਾ ਕਰਨ, ਆਪਣੇ ਬੱਚੇ ਜਿਹੜੇ ਹੈ ਇਹਨਾਂ ਸੀਟਾਂ 'ਤੇ ਆ ਜਾਣੇ ਆ। ਤੇ ਜਦੋਂ ਇਸ ਢੰਗ ਨਾਲ ਇਹਨਾਂ ਥਾਂ ਤੇ ਆਪਣੇ ਬੱਚੇ ਚਲੇ ਜਾਣਗੇ ਤੇ ਸਾਡੇ ਲਈ ਬਹੁਤ ਕੰਮ ਆਉਣ ਵਾਲੇ ਸਮੇਂ ਤੇ ਸਾਡਾ ਰਾਹ, ਮੈਂ ਇਹ ਕਹੂੰਗਾ ਜਦੋਂ ਅਸੀਂ ਤੁਰੇ ਉਦੋਂ 2001 ਦੇ ਵਿੱਚ ਇਸ ਪਾਸੇ ਨੂੰ ਤੁਰੇ ਹਾਂ, ਤੇ ਸਾਨੂੰ ਕੋਈ ਇੱਕ ਹਨੇਰੇ, ਜਿੱਦਾਂ ਆਪਾਂ ਕਿਸੇ ਹਨੇਰੇ ਟਨਲ ਦੇ ਵਿੱਚ ਦੀ ਤੁਰ ਰਹੇ ਹਾਂ ਇੱਦਾਂ ਲੱਗਦਾ ਸੀਗਾ, ਲੇਕਿਨ ਹੁਣ ਸਾਨੂੰ ਚਾਨਣ ਜਿਹੜਾ ਹੈ, ਯਕੀਨ ਮੰਨੋ ਸਾਡੇ ਆਪਣੇ ਮਨ ਨੂੰ ਚਾਨਣ ਦਿਸ ਰਿਹਾ ਕਿ ਸਿੱਖ ਕੌਮ ਜਿਹੜੀ ਆ ਉਹ ਸਹੀ ਰਾਈਟ ਟਰੈਕ ਤੇ, ਸਹੀ ਰਸਤੇ ਤੇ ਆਪਾਂ ਤੁਰ ਪਏ ਹਾਂ। ਜੇ ਇਸ ਢੰਗ ਨਾਲ ਪ੍ਰਾਪਤੀਆਂ ਹੋਣੀਆਂ, ਆਪਾਂ ਆਪਸ ਵਿੱਚ ਜੋ ਮਰਜ਼ੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਈਏ, ਉਹ ਉੱਥੇ ਤੱਕ ਸੀਮਤ ਆ। ਪਰ ਜਿਹੜੇ ਕਾਰਜ ਆ ਕੌਮ ਦੇ, ਉਹ ਭਾਈ ਉਦੋਂ ਹੀ ਹੋਣੇ ਆ ਜਦੋਂ ਆਪਾਂ ਇੱਕ ਫੋਕਸ ਕਰਕੇ ਸਾਡੇ ਦੁਆਲੇ ਵੀ ਕਈ ਵਾਰੀ ਕਈ ਲੱਗੇ ਰਹਿੰਦੇ ਆ, ਪਰ ਅਸੀਂ ਸਿੰਘਾਂ ਨੂੰ ਮੈਂ ਕਹਿੰਦਾ ਸਿੰਘੋ ਆਪਾਂ ਕੰਮ ਤੇ ਫੋਕਸ ਰੱਖਣਾ, ਆਪਣੀ ਡਿਊਟੀ ਆ ਕੰਮ ਤੇ ਫੋਕਸ ਕਰਨਾ। ਜਿਹੜਾ ਸਾਨੂੰ ਕੰਮ ਲੱਗਦਾ ਨਾ ਵੀ ਆ ਕੰਮ ਕਰਨ ਵਾਲਾ ਆ, ਉਹਦੇ ਤੇ ਅਸੀਂ ਫੋਕਸ ਕਰਕੇ ਕਰੀਦਾ। ਮੈਨੂੰ ਯਾਦ ਆ ਜਿਹੜੀ ਸਾਡੀ ਮਰਦਮਸ਼ੁਮਾਰੀ ਦੀ ਵੀ ਗੱਲ ਹੈ ਭਾਜੀ, ਮੈਂ ਕਰਕੇ ਮੈਨੂੰ ਪਤਾ ਭਾਜੀ ਨੇ ਵੀ ਟਾਈਮ ਲੈਣਾ, ਇਹ ਗੱਲ ਜ਼ਰੂਰੀ ਹੈ ਦੱਸਣ। ਜਦੋਂ ਮਰਦਮਸ਼ੁਮਾਰੀ ਦੇ ਸੰਬੰਧ ਵਿੱਚ ਅਸੀਂ ਕਹਿੰਦੇ ਵੀ ਸਿੱਖਾਂ ਦੀ ਗਿਣਤੀ, ਅਸੀਂ ਬਹੁਤ ਤਗੜੀ ਸੰਗ ਜੀ ਲੜਾਈ ਲੜੀ, ਆਪ ਨੂੰ ਪਤਾ ਸਾਰੇ ਟੈਲੀਵਿਜ਼ਨਾਂ ਤੇ ਕੀ ਅਸੀਂ ਕੋਈ ਛੱਡਿਆ ਨਹੀਂ, ਕੇਸ ਵੀ ਕਿਤੇ ਸਭ ਕੁਛ ਆ। ਕਰ ਸਰਕਾਰ ਜਿਹੜੀ ਸੀ ਟਸਮਸ ਨਹੀਂ, ਲੇਕਿਨ ਲੋਕ ਸਰਕਾਰ ਦੇ ਮਿਨਿਸਟਰ ਨੇ ਇੱਥੋਂ ਦੇ ਹੈਲਥ ਮਿਨਿਸਟਰ ਨੇ ਆਪ ਮੰਨ ਲਿਆ ਕਿ ਵਾਕਿਆ ਹੀ ਇਹ ਗੱਲ ਜਿਹੜੀ ਆ ਸਹੀ ਆ। ਸਾਡੇ ਕੋਲ ਸਿੱਖਾਂ ਦੇ ਅੰਕੜੇ ਹੈ ਹੀ ਨਹੀਂ, ਸਾਡੇ ਕੋਲ ਡਾਟਾ ਹੈ ਨਹੀਂ, ਲੇਕਿਨ ਜਦੋਂ ਇਹ ਦੱਸਦੇ ਆ ਵੀ ਜਦੋਂ ਕੋਈ ਵੀ ਜਿਹੜੀ ਅਦਾਰਾ ਹੈਗਾ ਆ, ਕੋਈ ਵੀ ਅਥਾਰਟੀ ਆ, ਜਦੋਂ ਕੁਛ ਵੀ ਉਹ ਫੰਡ ਜਾਂ ਕੋਈ ਵੀ ਕੰਮ ਕਰਨੇ ਤਾਂ ਉਹ ਡਾਟਾ ਦੇਖਦੇ ਆ, ਕਿਹੜਾ ਡਾਟਾ ਕਿਸੇ ਕੌਮ ਦਾ ਕਿੰਨਾ ਹੈ। ਤੇ ਜਦੋਂ ਇਹਨਾਂ ਕੋਲ ਸਾਡਾ ਡਾਟਾ, ਸਾਡੀ ਗਿਣਤੀ ਹੈ ਨਹੀਂ, ਤੇ ਸਾਨੂੰ ਕੋਈ ਪ੍ਰਾਪਤੀਆਂ ਜਿਹੜੀਆਂ ਹੋਣੀਆਂ ਸੰਭਵ ਨਹੀਂ। ਲੇਕਿਨ ਹੁਣ ਸਾਡਾ ਪ੍ਰੈਸ਼ਰ ਹੈ ਕਿ ਬਹੁਤ ਲੋਕਲ ਅਥਾਰਟੀਆਂ ਖੁਦ ਜਿਹੜੀ ਸਿੱਖਾਂ ਦਾ ਡਾਟਾ ਕਲੈਕਟ ਕਰਨ ਲੱਗ ਪਈਆਂ। ਪਿੰਡਾਂ ਦੇ ਵਿੱਚ ਇਹਨਾਂ ਨੂੰ ਅਹਿਸਾਸ ਹੋ ਗਿਆ ਕਿ ਇਹ ਸਾਡੇ ਕੋਲ ਸਿੱਖਾਂ ਦਾ ਡਾਟਾ ਨਾ ਹੋਣਾ ਇੱਕ ਬਹੁਤ ਹਾਨੀ ਕਰਕੇ ਆ, ਕਿਉਂਕਿ ਇਹ ਖੁਦ ਵੀ ਉਹਨੂੰ ਟਰੀਟ ਹੀ ਸਹੀ ਨਹੀਂ ਕਰ ਸਕਦੇ ਜੇ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਲੋਕ ਜਿਹੜੇ ਹੈਗੇ ਆ ਇਹ ਬੈਕਗ੍ਰਾਉਂਡ ਕਿੱਥੋਂ ਆਏ ਆ। ਤੇ ਜੇ ਇੱਕ ਮੈਂ ਹਮੇਸ਼ਾ ਕਹਿੰਦਾ ਜੇ ਇੱਕ ਮਦਰਾਸੀ ਤੇ ਇੱਕ ਸਿੱਖ ਪਾ ਦਿਓ ਤੇ ਕੋਈ ਬੰਦਾ ਨਹੀਂ ਕਹੂਗਾ ਕਿ ਇੱਕ ਮੁਲਕ ਦੇ ਵਾਸੀ ਆ, ਕਿਉਂਕਿ ਬਹੁਤ ਕੰਪਲੀਟਲੀ ਅਸੀਂ ਵੱਖਰੇ ਲੱਗਦੇ ਆ, ਤੇ ਵੱਖਰੀਆਂ ਲੋੜੀਆਂ, ਵੱਖਰੀ ਬੋਲੀ, ਵੱਖਰਾ ਪਹਿਰਾਵਾ, ਵੱਖਰਾ ਖਾਣਾ, ਸਾਰਾ ਕੁਝ ਹੀ ਵੱਖਰਾ, ਲੇਕਿਨ ਮੁਲਕ ਹੈ ਕਿਆ ਉਹਨਾਂ ਨੇ ਇੱਕ ਥਾਂ ਤੇ ਦੋਵਾਂ ਨੂੰ ਬੰਨ੍ਹ ਦਿੱਤਾ। ਨਹੀਂ, ਸਿੱਖ ਜਿਹੜੇ ਆ ਐਜ਼ ਏ ਸਿੱਖ ਵੱਖਰੀ ਜਿਹੜੀ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਅਤੀ ਸੰਗੀ ਜੀ, ਉਹਦੇ ਲਈ ਵੀ ਅਸੀਂ ਬਹੁਤ ਲੜਾਈ ਲੜੀ ਆ, ਅੱਜ ਵੀ ਆਪਾਂ ਨਿਰੰਤਰ ਲੜ ਰਹੇ ਆ। ਔਰ ਇਹ ਸਰਕਾਰਾਂ ਨੂੰ ਵੀ ਪਤਾ ਲੱਗ ਗਿਆ ਕਿ ਜੋ ਕੁਝ ਸਿੱਖ ਫੈਡਰੇਸ਼ਨ ਕਹਿ ਰਹੀ ਸੀ ਬਿਲਕੁਲ ਸਹੀ ਆ।
ਔਰ ਇਹ ਹੋਣਾ ਚਾਹੀਦਾ। ਸੋ ਬਹੁਤ ਕਾਰਜ ਸਤਿਗੁਰੂ ਦੀ ਕਿਰਪਾ ਨਾਲ ਹੋਏ ਆ। ਬਹੁਤ ਆਪਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਆ ਉਹ ਲਾਈਨ ਅਪ ਕੀਤੇ, ਜਿਹੜੇ ਕਰਨੇ ਵੀ ਆ ਉਹਨਾਂ ਤੇ ਵੀ ਆਪਾਂ ਝਾਤ ਮਾਰਾਂਗੇ। ਸੋ ਸੰਗਤ ਜੀ ਬੇਨਤੀ ਇਹ ਆ ਭਈ ਆਪਾਂ ਸਾਰਿਆਂ ਦੀ ਡਿਊਟੀ ਬਣਦੀ ਆ, ਬੱਚਿਆਂ ਨੂੰ ਇਸ ਪਾਸੇ ਪੋਲੀਟਿਕਸ ਨੂੰ ਲਿਆਓ ਤਾਂ ਕਿ ਆਪਣੇ ਕੰਮ ਜਿਹੜੇ ਆ ਉਹ ਸੌਖੇ ਹੋ ਜਾਣ ਜੀ। ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਆਪਨੇ ਸੁਣਿਆ ਕਿ ਪ੍ਰਧਾਨ ਜੀ ਨੇ ਕਾਫੀ ਕੋਸ਼ਿਸ਼ ਕੀਤੀ ਕਿ ਜੋ ਉਹਨਾਂ ਦੀਆਂ ਪ੍ਰਾਪਤੀਆਂ ਨੇ, ਸਿੱਖ ਫੈਡਰੇਸ਼ਨ ਦੀਆਂ ਪ੍ਰਾਪਤੀਆਂ ਨੇ, ਉਹਨਾਂ ਬਾਰੇ ਚਾਨਣਾ ਪਾਉਣ ਦੀ। ਫਿਰ ਵੀ ਜੇ ਮੇਰੇ ਕਿਸੇ ਵੀਰ ਨੂੰ ਕੋਈ ਨਾ ਪਤਾ ਲੱਗਾ ਹੋਵੇ, ਇਹ ਜੋ ਬੁੱਕਲੈਟ ਪਈ ਆ, ਬੁੱਕਲੈਟ ਤੁਹਾਨੂੰ ਦਿਖਾ ਰਹੇ ਨੇ, ਇਸ ਬੁੱਕਲੈਟ ਦੇ ਵਿੱਚੋਂ ਤੁਸੀਂ ਸਾਰਾ ਕੁਝ, ਸਾਰੀਆਂ ਪ੍ਰਾਪਤੀਆਂ ਦਾ ਤੁਸੀਂ, ਸਾਰੀਆਂ ਤਾਂ ਨਹੀਂ ਮੈਂ ਕਹਿ ਸਕਦਾ, ਪਰ ਕੁਝ ਇੱਕ ਜਿਹੜੀਆਂ ਮੇਨ ਪ੍ਰਾਪਤੀਆਂ ਜਿਹੜੀਆਂ ਨੇ ਉਹਦੇ ਵਿੱਚ ਹੈਗੀਆਂ ਨੇ। ਸੋ ਤੁਸੀਂ ਉਹਨਾਂ ਤੋਂ ਜਾਇਜ਼ਾ ਲੈ ਸਕਦੇ ਆ। ਸੋ ਸਰਦਾਰ ਦਵਿੰਦਰ ਜੀ, ਮੈਂ ਤੁਹਾਡੇ ਕੋਲੋਂ ਫੇਰ ਆਵਾਂਗਾ ਕਿ ਅੱਜ ਤੁਸੀਂ ਵੈਸਟ ਮਿਨਿਸਟਰ ਦੇ ਵਿੱਚ ਜਿਸ ਤਰ੍ਹਾਂ ਮਹਾਰਾਣੀ ਦੇ ਚਰਾਣੇ ਕਰਨ ਦੇ ਅਫਸੋਸ ਦੇ ਵਿੱਚ ਤੁਸੀਂ ਗਏ, ਜਿਸ ਤਰ੍ਹਾਂ ਫਤਿਹ ਬੁਲਾ ਗਿਆ ਹੈ ਇੱਕ ਸਿੱਖ ਕੌਮ ਦੀ ਇੱਕ ਵਾਹਿਦ ਇੱਕ ਜਥੇਬੰਦੀ ਹੋਣ ਦੇ ਨਾਤੇ, ਤੁਸੀਂ ਇਹਦੇ ਬਾਰੇ ਸੰਗਤਾਂ ਦੇ ਨਾਲ ਤੁਸੀਂ ਥੋੜ੍ਹਾ ਜਿਹਾ ਚਾਨਣਾ ਪਾਓ, ਸੰਗਤਾਂ ਨੂੰ ਇਹਦੇ ਬਾਰੇ ਜਾਣਕਾਰੀ ਦਿਓ। ਭਾਈ ਮੈਨੂੰ ਲੱਗਦਾ ਵੀ ਜਦੋਂ ਦੀ 8 ਤਰੀਕ ਦੀ ਖਬਰ ਆਈ ਸੀ, 8 ਸਤੰਬਰ ਦੀ, ਉਹ ਐਕਚੁਅਲੀ ਕਨਵੈਨਸ਼ਨ ਤੋਂ ਪਹਿਲਾਂ ਆ ਗਈ ਸੀ ਜੀ, ਵੀ ਇੱਥੇ ਦੀ ਜਿਹੜੀ ਰਾਣੀ ਆ, ਪਹਿਲੋਂ ਖਬਰ ਆਈ ਵੀ ਉਹਦੀ ਸਿਹਤ ਬੜੀ ਠੀਕ ਨਹੀਂ ਗਈ, ਉਹਦੇ ਪਰਿਵਾਰ ਦੇ ਜੀ ਉਹਦੇ ਕੋਲ ਪਹੁੰਚ ਰਹੇ ਸੀ ਜੀ। ਤਾਂ ਉਹਦੇ ਵਿੱਚ ਆਪਾਂ ਨੂੰ ਪਤਾ ਵੀ ਜਦੋਂ ਆਪਾਂ ਪ੍ਰੋਗਰਾਮ ਹੀ ਆ ਦਿੰਦੇ ਸੀ ਪਿਛਲੇ ਹਫ਼ਤੇ ਜੀ, ਜਦੋਂ ਆਪਾਂ ਪ੍ਰੋਗਰਾਮ ਦੇ ਕੇ ਹਟੇ ਤਾਂ ਖਬਰ ਮਿਲ ਗਈ ਵੀ ਉਹ ਪੂਰੀ ਹੋ ਗਈ ਜੀ। ਤਾਂ ਜੋ ਕੁਛ ਆਪਾਂ ਉਦੋਂ ਤੋਂ ਹੁਣ ਤੱਕ ਦੇਖ ਰਹੇ ਹਾਂ ਤਾਂ ਤਕਰੀਬਨ 19 ਤਰੀਕ ਤੱਕ ਤਾਂ ਘੱਟੋ ਘੱਟ ਜੀ, ਜਿੰਨ ਤੱਕ ਫਿਊਨਰਲ ਨਹੀਂ ਹੁੰਦੀ ਮੰਡੇ ਜੀ, ਇਹ ਜਿਹੜੀ ਮਰਜ਼ੀ ਨਿਊਜ਼ ਚੈਨਲ ਤੇ ਤੁਸੀਂ ਚੱਲ ਜਾਓ ਜੀ, ਖਬਰਾਂ ਇਹੀ ਰਾਣੀ ਦੀਆਂ ਹੀ ਲੱਗ ਰਹੀਆਂ ਜੀ, ਕਿੱਥੇ ਉਹ ਹੋਣਿਆ, ਕੀ ਹੋ ਰਿਹਾ ਆ ਜੀ। ਤਾਂ ਦੁਨੀਆ ਦੇ ਲੀਡਰ, ਜੀ, ਮੈਂ ਸਾਰੇ ਦੁਨੀਆ ਦੇ ਲੀਡਰ ਕਹਿੰਦਾ, ਜੀ, ਉਹਨਾਂ ਸਾਰਿਆਂ ਨੇ ਕੰਡੋਲੈਂਸ ਦੇ ਮੈਸੇਜ ਭੇਜੇ। ਜੀ, ਵਲਾਡੀਮੀਰ ਪੁਟਿਨ ਨੇ ਵੀ ਭੇਜਿਆ। ਜੀ। ਦੇਖੋ ਇਹ ਇੱਕ ਇਨਸਾਨੀਅਤ ਆ, ਬਹੁਤ ਵੱਡੀ ਚੀਜ਼ ਆ ਵੀ ਜੇ ਕਿਸੇ ਨੇ 70 ਸਾਲ ਉਸ ਥਾਂ ਤੇ ਰਹੇ ਆ, ਜੀ, ਜਿਨ੍ਹਾਂ ਨਾਲ ਤਕਰੀਬਨ ਇੱਕ ਕਿਸਮ ਦੀ ਲੜਾਈ ਚੱਲ ਰਹੀ ਆ, ਤੁਸੀਂ ਸਪੋਰਟ ਕਰ ਰਹੇ ਆ ਯੂਕਰੇਨ ਦੀ, ਜੀ, ਉਹਨੂੰ ਵੀ ਕਿਹਾ ਸਿਰਫ ਇੱਕ ਮੁਲਕ ਸੀ ਇਰਾਨ, ਜਿਨ੍ਹਾਂ ਨੇ ਮੀਡੀਆ ਵਿੱਚ ਤਕਰੀਬਨ ਗਲਤ ਸ਼ਬਦਾਵਲੀ ਵਰਤੀ। ਜੀ। ਤਾਂ ਦੇਖੋ ਜਦੋਂ ਆਪਾਂ ਦੇਖਦੇ ਹਾਂ ਵੀ ਲੱਖਾਂ ਦੇ ਹਿਸਾਬ ਨਾਲ ਆਮ ਮੈਂਬਰ ਪਬਲਿਕ ਰੋਡਾਂ ਤੇ ਖੜੇ, ਜੀ, ਨਹੀਂ ਤਾਂ ਵੈਸਟਮਿੰਸਟਰ ਹਾਲ ਕੱਲ ਜਦੋਂ ਬੋਡੀ ਉੱਥੇ ਪਹੁੰਚ ਗਈ ਸੀ, ਜੀ, 24 ਘੰਟੇ ਜੀ, ਲੋਕ ਉੱਥੇ ਜਾਂਦੇ ਆ, ਉਹ ਆਪਣੇ ਤੌਰ ਤੇ ਪਰਸਨਲ ਤੌਰ ਤੇ ਉਹ ਦੇਖਣਾ ਚਾਹੁੰਦੇ ਆ। ਤਾਂ ਮੈਨੂੰ ਚੇਤਾ ਵੀ ਇਹੀ ਜਗ੍ਹਾ ਵੈਸਟਮਿਨਸਟਰ ਹਾਲ ਆ ਜਿੱਥੇ ਇਹਦੀ ਮਾਂ ਵੀ ਉੱਥੇ ਹੀ ਸੀਗੀ। ਤਾਂ ਇੱਦਾਂ ਅੱਜ ਜਦੋਂ ਸਾਨੂੰ ਮੌਕਾ ਮਿਲਿਆ ਸੀ ਜੀ, ਵੀ ਇਹ ਨਹੀਂ ਵੀ ਕਿਊ 'ਚ ਲੱਗ ਕੇ, ਸਾਨੂੰ ਸਪੈਸ਼ਲ ਪਰਮਿਸ਼ਨ ਮਿਲੀ ਸੀ ਜੀ, ਵੀ ਤੁਸੀਂ ਇੱਕ ਸਿੱਖ ਕਮਿਊਨਿਟੀ ਦੇ ਨੁਮਾਇੰਦੇ ਆ, ਜੀ। ਤਾਂ ਅਸੀਂ ਤਕਰੀਬਨ 15 ਮਿੰਟਾਂ 'ਚ ਸਿਕਿਉਰਿਟੀ ਵਿੱਚ ਦੀ ਹੋ ਕੇ ਜੀ ਅਸੀਂ ਬਾਹਰ ਨਿਕਲ ਆਏ ਸੀ। ਤਾਂ ਜਿਹੜਾ ਇੱਥੇ ਦਾ ਨੈਸ਼ਨਲ ਮੀਡੀਆ ਜਿੱਦਾਂ BBC ਜੀ ਹੁਣ 6:30 ਮੈਨੂੰ ਇਹਦੇ ਨਾਲ ਬ੍ਰੋਡਕਾਸਟ ਵੀ ਕਰਨਾ, ITV ਨੇ ਲਾਈਵ ਦਿੱਤਾ ਜੀ। ਇਹ ਜੋ ਗੱਲਾਂ ਬਾਹਰ ਜਾਂਦੀਆਂ, ਤੁਸੀਂ ਤਸਵੀਰਾਂ ਦੇਖ ਰਹੇ ਜਦੋਂ ਅਸੀਂ ਤਿੰਨੇ ਹੀ ਜਾ ਰਹੇ ਹਾਂ। ਜੀ। ਤਾਂ ਜਿਹੜੀ ਅਸੀਂ ਪ੍ਰੈਸ ਰਿਲੀਜ਼ ਵੀ ਕੱਢੀ ਸੀ, ਅਸੀਂ ਕਿਹਾ ਸੀ ਅਸੀਂ ਹੱਥ ਜੋੜ ਕੇ ਉਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਵਧੀਆ ਜੀ, ਉਹ ਤੁਸੀਂ ਜੋ ਤਰ੍ਹਾਂ ਫਤਿਹ ਬੁਲਾਈ ਉਹਨਾਂ ਨੂੰ ਇੱਕ ਚੰਗੇ ਤੇ ਪੰਥਕ ਲੀਡਰ ਹੋਣ ਦੇ ਨਾਤੇ ਜੋ ਪੰਥ ਦਾ ਇੱਕ ਹਵਾਲਾ ਦਿੱਤਾ, ਪੰਥ ਦੇ ਤੌਰ ਤੇ ਗਏ, ਸਿੱਖ ਕੌਮ ਦੇ ਵਜੋਂ ਤੁਸੀਂ ਉੱਥੇ ਵਿਚਰੇ। ਬਹੁਤ ਵਧੀਆ ਜੀ, ਬਹੁਤ ਧੰਨਵਾਦ ਤੁਹਾਡਾ। ਹਾਂਜੀ, ਅੱਗੇ ਭਾਈ ਤੁਸੀਂ ਗੱਲ ਕਰੋ। ਹਾਂਜੀ, ਦੇਖੋ ਭਾਊ ਜੀ, ਜਦੋਂ ਹੁਣ ਇਨਸਾਨੀਅਤ ਦੇ ਤੌਰ ਤੇ ਆਪਾਂ ਮਹਾਰਾਣੀ ਦੀ ਮਾਫ ਕਰਨਾ ਕਿ ਉਧਰ ਵੀ ਧਿਆਨ ਜਾ ਰਿਹਾ ਵਿੱਚ। ਹਾਂਜੀ, ਮਹਾਰਾਣੀ ਦੀ ਆਪਾਂ ਲਾਈਫ ਦੀ ਦੇਖਦੇ ਹਾਂ ਤੇ ਸਾਨੂੰ ਵੀ ਇੱਥੇ ਆਉਣ ਨੂੰ ਤਕਰੀਬਨ 47-48 ਸਾਲ ਮੇਰੇ ਵੀ ਹੋ ਗਏ ਆ। ਠੀਕ। ਉਹ ਇੱਕ ਇਹੋ ਜਿਹੀ ਸ਼ਖਸੀਅਤ ਸੀਗੀ ਜੀ। ਮੈਂ ਸਮਝਦਾ ਜਦੋਂ ਕੋਈ ਇਨਸਾਨ ਜਾਂਦਾ ਜੀ, ਆਪਾਂ ਉਹਦੇ ਚੰਗੇ ਗੁਣਾਂ ਦੀ, ਇੱਕ ਇਨਸਾਨ ਹੀ ਹੁੰਦੇ, ਆਪਾਂ ਸੁਸਾਇਟੀ ਵਿੱਚ ਵਿਚਰਨ ਵਾਲੇ ਲੋਕ ਆ, ਆਪਾਂ ਕੋਈ ਇਹ ਨਹੀਂ ਹੈਗੇ, ਹਮੇਸ਼ਾ ਹੀ ਆਪਾਂ ਉਹਨਾਂ ਦੇ ਚੰਗੇ ਗੁਣਾਂ ਦੀ ਜਿਹੜੀ ਆ ਉਹ ਸਾਂਝ ਪਾਉਂਦੇ ਆ। ਜੀ।
ਤੇ ਇਸ ਗੱਲ ਨੂੰ ਮੁੱਖ ਰੱਖ ਕੇ ਹੀ ਅਸੀਂ ਆਪਣੀ ਇਹ ਡਿਊਟੀ ਸਮਝਦੇ ਸੀਗੇ ਜੀ ਕਿ ਐਜ਼ ਏ ਸਿੱਖ ਕੌਮ ਦੀ ਨੁਮਾਇੰਦੀ ਜਮਾਤ ਹੋਣ ਦੇ ਤੌਰ ਤੇ ਜੀ ਜੋ ਸਾਨੂੰ ਸੇਵਾ ਮਿਲੀ ਆ ਅਸੀਂ ਉੱਥੇ ਜ਼ਰੂਰ ਆ ਕੇ ਹਾਜ਼ਰੀ ਭਰੀਏ। ਜੀ ਔਰ ਜਦੋਂ ਆਪਾਂ ਇੱਥੇ ਵੀ ਫਿਊਨਲ ਤੇ ਜਾਈਦਾ ਜੀ। ਆਪਾਂ ਉੱਥੇ ਫਤਿਹ ਬੁਲਾਈ ਦੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਆਪਣੀ ਅਖੀਰਲੀ ਫਤਿਹ ਹੁੰਦੀ ਆ। ਜੀ ਉੱਥੇ ਵੀ ਅਸੀਂ ਗਏ ਆ, ਪਰ ਤੁਸੀਂ ਯਕੀਨ ਮੰਨੋ ਕਿ ਉੱਥੇ ਵੀ ਆਮ ਜਿਹੜੇ ਲੋਕ ਵੀ ਸੀ ਜੀ। ਉਹਨਾਂ ਨੇ ਵੀ ਜਿੱਦਾਂ ਸਾਨੂੰ ਦੇਖ ਕੇ, ਜੀ ਦੇਖੋ ਉੱਥੇ ਨਾਲ ਹਾਲਾਂਕਿ ਉੱਥੇ ਮਤਲਬ ਹਜ਼ਾਰਾਂ ਹੀ ਲੱਖਾਂ ਹੀ ਲੋਕ ਆ, ਜੀ ਪਰ ਇਹ ਗੁਰੂ ਸਾਹਿਬ ਨੇ ਕੋਈ ਆਪਾਂ ਨੂੰ ਇੱਕ ਹੈ ਨਾ ਭਾਊ ਜੀ ਕੋਈ ਵੱਖਰੀ ਇਹੋ ਜੀ ਦਿੱਖ ਵੱਖਰੀ ਜੀ ਇਹੋ ਜੀ ਆਪਾਂ ਨੂੰ ਪਛਾਣ ਏਡੀ ਜੀ ਬਖਸ਼ੀ ਹੈ ਨਾ, ਜੀ। ਉਹਦੇ ਨਾਲ ਤੁਸੀਂ ਇੱਕਦਮ ਸਾਥੀ ਅਜੇ ਨਿਕਲੇ ਜੇ ਇੱਕਦਮ ਸਾਨੂੰ ਜਿੱਦਾਂ ਰੱਖ ਲਓ ਵੀ ਮੀਡੀਆ ਵਾਲੇ ਜਿੱਦਾਂ ਭੱਜ ਕੇ ਆ ਗਏ ਜੀ ਵੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਨੀ ਚਾਹੁੰਦੇ ਆ। ਜੀ ਉਸੇ ਵੇਲੇ ਹੀ ITV ਵਾਲਿਆਂ ਨੇ ਲਾਈਵ ਜਿੱਦਾਂ ਤਕਰੀਬਨ ਸਾਨੂੰ ਅਸੀਂ ਤਾਂ ਜੀ ਉੱਥੇ ਹੀ ਸਾਨੂੰ ਤਾਂ ਪਤਾ ਵੀ ਨਹੀਂ ਸੀ ਵੀ ਉਹਨਾਂ ਨੇ ਲਾਈਵ ਵੀ ਦੇਣਾ। ਜੀ। ਉਹਨਾਂ ਨੇ ਉਹ ਸਾਰੀ ਗੱਲਬਾਤ ਸਾਡੇ ਤੋਂ ਪੁੱਛੀ ਕਿੱਦਾਂ, ਕਿਉਂਕਿ ਅਸੀਂ ਲੈਸਟਰ ਵੀ ਜਦੋਂ ਇਹ 2002 ਦੇ ਵਿੱਚ ਇਹ ਲੈਸਟਰ ਆਏ ਸੀਗੇ ਉਦੋਂ ਸਾਨੂੰ ਉੱਥੇ ਮੈਂ ਦਵਿੰਦਰ ਜੀ ਤੇ ਭਾਜੀ ਨਰਿੰਦਰ ਜੀ ਸਾਨੂੰ ਕੁਦਰਤੀ ਤਿੰਨਾਂ ਨੂੰ ਇਕੱਠੇ ਹੀ ਅਸੀਂ ਗਏ ਸੀਗੇ ਜੀ ਤੇ ਉੱਥੇ ਵੀ ਜਿਸ ਹਿਸਾਬ ਨਾਲ ਵਿਚਰੇ ਆ ਬੜੀ ਇੱਕ ਇਹੋ ਜੀ ਉਹ ਰੱਖ ਲਓ ਪਈ ਉਹਨਾਂ ਦੀ ਸ਼ਖਸੀਅਤ ਸੀਗੀ, ਜੀ ਬੜੀ ਖਿੱਚ ਭਰੀ ਸੀਗੀ। ਜਦੋਂ ਤੁਸੀਂ ਉਸ ਕਮਰੇ ਦੇ ਵਿੱਚ ਹੀ ਤੁਹਾਨੂੰ ਇਦਾਂ ਮਹਿਸੂਸ ਕਰਦੇ ਸੀ ਕਿ ਉਹਨਾਂ ਦਾ ਵਾਕਿਆ ਜੀਵਨ ਉਹ ਕੋਈ ਇਦਾਂ ਸਧਾਰਨ ਨਹੀਂ ਸੀ, ਜੀ। ਐਡੀ ਵੱਡੀ ਜ਼ਿੰਮੇਵਾਰੀ ਜੀ। ਔਰ ਇੰਨਾ ਲੰਮਾ ਸਮਾਂ ਕਿਸੇ ਇਨਸਾਨ ਨੇ ਇਦਾਂ ਮਲ ਬਣ ਕੇ ਰੱਖਣੀ ਹੈ ਨਾ, ਜੀ। ਇਹ ਬਖਸ਼ਿਸ਼ ਤੋਂ ਬਿਨਾਂ ਭਾਊ ਜੀ ਮੈਂ 100% ਕਹਿੰਦਾ ਵੀ ਬਖਸ਼ਿਸ਼ ਤੋਂ ਬਿਨਾਂ ਇਹ ਰੂਹਾਂ ਵੀ ਜਿਹੜੀਆਂ ਬਖਸ਼ਿਸ਼ ਵਾਲੀਆਂ ਹੁੰਦੀਆਂ, ਜੀ ਜਿਨ੍ਹਾਂ ਨੂੰ ਜਿੱਦਾਂ ਨਾ ਤਪੋ ਰਾਜ ਤੇ ਰਾਜੋ ਨਰਕ ਵਾਲੀ ਗੱਲ ਆ, ਜੀ। ਇਹ ਕੋਈ ਜਿੱਦਾਂ ਬੜਾ ਤਪ ਸੀਗਾ ਜੀ। ਉਸ ਸ਼ਖਸੀਅਤ ਦਾ ਮਹਾਰਾਣੀ ਦਾ ਜਿਨ੍ਹਾਂ ਨੇ ਇਸ ਹਿਸਾਬ ਨਾਲ ਮੁਲਕ ਨੂੰ ਬੰਨਿਆ। ਜੀ ਤੇ ਆਮ ਦੇਖੋ ਇੱਥੇ ਮਤਲਬ ਪਤਾ ਨਹੀਂ ਕਿੰਨੀ ਕੁ ਮੁਲਕਾਂ ਦੇ ਲੋਕ ਹੋਣਗੇ, ਜੀ, ਜੀ। ਲੇਕਿਨ ਉਹਨਾਂ ਨੂੰ ਵੈਲਕਮ ਕੀਤਾ। ਇੱਥੇ ਇਦਾਂ ਨਹੀਂ ਵੀ ਤੁਸੀਂ ਆਹ ਨਹੀਂ ਕਰਦੇ ਆਹ ਨਹੀਂ ਕਰ ਸਕਦੇ, ਮੇਰੇ ਖਿਆਲ ਸ਼ਾਇਦ ਮੁਲਕਾਂ ਦੇ ਵਿੱਚ ਤਾਂ ਸਾਨੂੰ ਪਾਬੰਦੀਆਂ ਹੋਣ, ਜੀ ਲੇਕਿਨ ਇੱਥੇ ਤੁਸੀਂ ਧਾਰਮਿਕ ਤੌਰ ਤੇ ਹਰ ਇਨਸਾਨ ਨੂੰ ਆਪਣਾ ਧਰਮ ਜਿਵੇਂ ਉਹ ਚਾਹੇ ਜੀ। ਉਹਦੀ ਜਿਹੜੀ ਆ ਉਸ ਢੰਗ ਨਾਲ ਜਿਹੜੀ ਆ ਉਹ ਆਪਣੇ ਹਿਸਾਬ ਨਾਲ ਉਹ ਸਤਿਕਾਰ ਦੇ ਨਾਲ ਉਸ ਧਰਮ ਦੇ ਵਿੱਚ ਵਿਚਰ ਸਕਦੇ ਆ, ਉਹਨਾਂ ਤੇ ਕੋਈ ਪਾਬੰਦੀ ਨਹੀਂ। ਤੇ ਉਹ ਸਾਰਾ ਸਿਰਾ ਜੇ ਹੈੱਡ ਆਫ ਸਟੇਟ ਇਹ ਸੀ, ਇਹਨਾਂ ਨੇ ਇਦਾਂ ਨਹੀਂ ਕਿਹਾ ਠੀਕ ਹੈ ਭਾਵੇਂ ਉੱਥੇ ਕ੍ਰਿਸਚੀਅਨ ਹੈੱਡ ਆ, ਲੇਕਿਨ ਹਰ ਧਰਮ ਨੂੰ ਉਹਨਾਂ ਨੇ ਆਪਣੇ ਕਲਾਵੇ ਵਿੱਚ ਲਿਆ। ਜੀ। ਤੇ ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਭਾਊ ਜੀ ਉੱਥੇ ਅੱਜ ਗਏ ਸੀਗੇ, ਜੀ। ਔਰ ਜਿਸ ਢੰਗ ਨਾਲ ਅਸੀਂ ਉੱਥੇ ਮਹਿਸੂਸ ਕੀਤਾ ਜਿੱਦਾਂ ਜਿਸ ਹਿਸਾਬ ਨਾਲ ਸਾਡਾ ਬੜਾ ਮਾਣ ਸਤਿਕਾਰ ਕੀਤਾ, ਜੀ। ਮਨ ਨੂੰ ਬੜਾ ਸਕੂਨ ਹੋਇਆ। ਠੀਕ ਹੈ ਨੈਗੇਟਿਵ ਲੋਕ ਵੀ ਹੁੰਦੇ ਜਿਨ੍ਹਾਂ ਨੇ ਆਪਣੇ ਹਿਸਾਬ ਨਾਲ ਸੋਚਣਾ ਹੁੰਦਾ, ਜੀ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਆਪਾਂ ਉਸ ਚੀਜ਼ ਤੋਂ ਆਪਾਂ ਸਿੱਖਾਂ ਨੂੰ ਮਹਾਰਾਜ ਨੇ ਇਹ ਕਿਹਾ ਵੀ ਨਹੀਂ ਆਪਾਂ ਭਾਈ ਸਰਬੱਤ ਦੇ ਭਲੇ ਵਾਲੀ ਕੌਮ ਆ, ਜੀ। ਆਪਾਂ ਜਦੋਂ ਇਨਸਾਨ ਕੋਈ ਚਲੇ ਜਾਂਦਾ ਉਹਦੇ ਚੰਗੇ ਗੁਣਾਂ ਦੀ ਸਾਂਝ ਪਾਉਣ ਲਈ ਉੱਥੇ ਆਪਣਾ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਸ ਗੱਲ ਨੂੰ ਮੁੱਖ ਰੱਖ ਕੇ ਅਸੀਂ ਉੱਥੇ ਹਾਜ਼ਰੀ ਭਰੀ ਆ। ਤੇ ਦਾਸ ਨੂੰ ਤਾਂ ਬੜਾ ਸਕੂਨ ਸੀਗਾ। ਅੱਗੇ ਇਹ ਹੁਣ ਪੰਥ ਜਿਹੜਾ ਹੈਗਾ ਉਹ ਆਪਣੇ ਤੌਰ ਤੇ ਸੋਚਦਾ ਹਰ ਇੱਕ ਇਨਸਾਨ, ਲੇਕਿਨ ਜਾਤੀ ਤੌਰ ਤੇ ਅਸੀਂ ਸਾਰਿਆਂ ਨੇ ਮਹਿਸੂਸ ਕੀਤਾ ਕਿ ਇਹ ਡਿਊਟੀ ਜਿਹੜੀ ਐਜ਼ ਏ ਸਿੱਖ ਪੰਥ ਸਾਨੂੰ ਮਹਾਰਾਜ ਨੇ ਦਿੱਤੀ ਆ, ਸਾਨੂੰ ਉੱਥੇ ਨਿਭਾਉਣੀ ਚਾਹੀਦੀ ਜਾ ਕੇ। ਸੋ ਬਾਖੂਬੀ ਸਤਿਗੁਰਾਂ ਨੇ ਸੇਵਾ ਲਈ ਆ ਜੀ। ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਕਿ ਇਹ ਵਾਕਿਆ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਸਿੱਖ ਫੈਡਰੇਸ਼ਨ ਯੂਕੇ ਜੋ ਹੈ ਉਹ ਸਿੱਖ ਪੰਥ ਦੀ ਇੱਕ ਨੁਮਾਇੰਦਗੀ ਦੇ ਤੌਰ ਤੇ, ਜਿਸ ਤਰ੍ਹਾਂ ਬਾਕੀ ਕੰਟਰੀਆਂ ਦੇ ਉੱਥੇ ਲੀਡਰ ਆਏ ਸੀਗੇ, ਬਾਕੀ ਕੰਟਰੀਆਂ ਦੇ ਵੀ ਉੱਥੇ ਲੋਕ ਸੀਗੇ, ਕਿਉਂਕਿ ਬਹੁਤ ਲੰਬੀ ਕਤਾਰ ਸੀਗੀ, ਇੰਨੀ ਲੰਬੀ ਕਤਾਰ ਕਿ ਜੋ 24 ਘੰਟਿਆਂ ਤੋਂ ਵੀ ਵੱਧ ਦਾ ਟਾਈਮ ਉੱਥੇ ਲੱਗ ਰਿਹਾ। ਮੈਂ ਅਸੀਂ ਧੰਨਵਾਦ ਕਰਦੇ ਹਾਂ ਕਿ ਸਿੱਖ ਫੈਡਰੇਸ਼ਨ ਯੂਕੇ ਦਾ, ਕਿ ਜਿਨ੍ਹਾਂ ਨੇ ਸਿੱਖ ਕੌਮ ਦੇ ਐਜ਼ ਸਿੱਖ ਕੌਮ ਹੋਣ ਦੇ ਨਾਤੇ ਸਿੱਖ ਪੰਥ ਦੇ ਆਪਣਾ ਫਰਜ਼ ਸਮਝਦਿਆਂ ਹੋਇਆਂ ਜੋ ਸਿੱਖ ਕੌਮ ਦੇ ਵਜੋਂ ਉਹਨਾਂ ਨੂੰ ਉੱਥੇ ਉਹਨਾਂ ਦੇ ਰਾਣੀ ਦੇ ਅਫਸੋਸ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਸਮਰਪਿਤ ਕੀਤਾ। ਧੰਨਵਾਦ ਕਰਦੇ ਹਾਂ। ਸੋ ਭਾਜੀ ਦਵਿੰਦਰ ਜੀ ਸਿੰਘ, ਤੁਸੀਂ ਥੋੜ੍ਹਾ ਜਿਹਾ ਹੋਰ ਚਾਨਣਾ ਇਹਦੇ ਉੱਤੇ ਪਾਉਂਦੇ ਚਲੋ, ਫਿਰ ਮੈਂ ਸਰਦਾਰ ਅਮਰੀਕ ਸਿੰਘ ਕੋਲ ਆਉਣਾ ਹੈ, ਕਿਉਂਕਿ ਉਹਨਾਂ ਨੂੰ ਪੁੱਛਣਾ ਹੈ ਕਿ ਪੋਲੀਟੀਕਲੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਆਪਣੇ ਪੋਲੀਟੀਕਲੀ ਜਿਹੜੇ ਕਾਉਂਸਲਰ ਨੇ ਜਾਂ MP ਨੇ ਉਹਨਾਂ ਵਾਸਤੇ ਤੁਸੀਂ ਕੀ ਕੰਮ ਕਰ ਰਹੇ ਜੀ? ਭਾਈ ਮੈਂ ਦੋਨੇ ਗੱਲਾਂ ਐਕਚੁਅਲੀ ਲਿੰਕ ਅਪ ਕਰ ਦੇਣੀਆਂ। ਠੀਕ। ਦੇਖੋ ਅਸੀਂ ਕਿੱਦਾਂ ਪਹੁੰਚ ਗਏ ਉੱਥੇ ਜੀ। ਬਹੁਤ ਸਾਨੂੰ ਸਵਾਲ ਆ ਰਹੇ ਸੀ ਵੀ ਤੁਸੀਂ ਕਿੱਦਾਂ ਇੰਨੀ ਛੇਤੀ ਜੀ 15 ਮਿੰਟਾਂ ਸਿਕਿਉਰਿਟੀ ਲੰਘ ਕੇ ਸਾਰਾ ਕੰਮ ਕਰ ਗਏ। ਤਾਂ ਮੋਹਰੇ ਦੋਨੇ ਜਿਹੜੇ ਚਲੋ ਮੇਨ ਮੀਡੀਆ ਦੇ ਇੱਥੇ BBC ਤੇ ITV ਜੀ, ਉਹਨਾਂ ਨੇ ਇੱਕ ਵਾਰੀ ਨਹੀਂ ਇੰਟਰਵਿਊ ਕੀਤੇ ਭਾਈ, ਉਹ ਕਹਿੰਦੇ ਦੁਬਾਰਾ ਇੰਟਰਵਿਊ ਕਰਨਾ, ਵੀ ਜਿਹੜਾ ਰਿਸਪੌਂਸ ਆਇਆ ਲਾਈਵ ਟੈਲੀਵਿਜ਼ਨ ਤੋਂ ਬਹੁਤ ਜ਼ਿਆਦਾ ਸੀ। ਉਹ ਕਹਿੰਦੇ ਵੀ ਇਕੱਲੇ ਦੀ ਇੰਟਰਵਿਊ ਕਰਕੇ ਫੇਸ ਲਾਉਣੀ ਹੈ, ਸ਼ਾਇਦ ਅੱਜ ਸ਼ਾਮ ਨੂੰ ਲਾਈ ਹੋਊਗੀ। ਤਾਂ ਅਸੀਂ ਕਿੱਦਾਂ ਪਹੁੰਚੇ ਸੀ, ਕਿਉਂਕਿ ਪ੍ਰੀਤ ਕੋ ਗਿੱਲ ਨੇ ਜ਼ਿੰਮੇਵਾਰੀ ਲਈ ਜੀ। ਤਾਂ ਹੀ ਹੁੰਦਾ ਵੀ ਜਿਹੜੀ ਗੱਲ ਆਪਾਂ ਕਰਦੇ ਹਾਂ ਵੀ ਜਦੋਂ ਆਪਣੇ ਪੋਲੀਟੀਸ਼ੀਅਨ ਉੱਥੇ ਜਾਂਦੇ ਆ
ਜੀ ਤੇ ਜਦੋਂ ਉਹ ਗੱਲ ਨੂੰ ਸਮਝ ਆਉਂਦੇ ਆ, ਮੈਂ ਮੁੜ ਕੇ ਥੋੜੀ ਕਨਵੈਨਸ਼ਨ ਵੀ ਇਹ ਗੱਲ ਲਿੰਕ ਕਰ ਦੇਣੀ। ਜੀ ਮੈਨੂੰ ਚੇਤਾ ਵੀ ਜਦੋਂ ਅਸੀਂ ਕਨਵੈਨਸ਼ਨ ਵਿੱਚ ਬੈਠੇ ਸੀ ਤਾਂ ਪਹਿਲਾ ਸੱਜਣ ਜਿਹਨ ਮੈਨੂੰ ਆਣ ਕੇ ਮਾਇਆ ਦਿੱਤੀ, ਜੀ ਉਹ ਦਲਜੀਤ ਸਿੰਘ ਸ਼ੇਰਗਿੱਲ ਦਾ ਵੱਡਾ ਲੜਕਾ ਗੁਰਸੇਵਕ ਸਿੰਘ ਸੀ, ਬਹੁਤ ਵਧੀਆ ਜਿਹੜਾ ਪ੍ਰੀਤ ਦਾ ਭਰਾ ਆ। ਜੀ ਤੇ ਦੇਖੋ ਉਹਨਾਂ ਆਪਣਾ ਪਰਿਵਾਰਕ ਤੌਰ ਤੇ ਹਿੱਸਾ ਵੀ ਪਾਇਆ। ਜੀ ਤੇ ਦੂਸਰੇ ਪਾਸੇ ਜਦੋਂ ਪ੍ਰੀਤ ਕੋ ਗਿੱਲ ਵੀ ਬੋਲੀ ਸੀ ਕਨਵੈਨਸ਼ਨ ਵਿੱਚ, ਜੀ ਉਹਨ ਵੀ ਤਕਰੀਬਨ ਇਹੀ ਸਾਬਤ ਕੀਤਾ ਜਿਹੜਾ ਆਪਾਂ ਮੀਡੀਆ ਵਿੱਚ ਗੱਲ ਕਰਦੇ ਸੀ ਵੀ ਜੀ। ਜਿਹੜੇ ਆਪਣੇ ਨਵੇਂ ਪੋਲੀਟੀਸ਼ੀਅਨ ਆ, ਜੀ ਇਹ ਸਿੱਖ ਪਹਿਲੋਂ, ਪੋਲੀਟੀਸ਼ੀਅਨ ਬਾਅਦ 'ਚ। ਜੀ ਤੇ ਜਿਹੜਾ ਉਹ ਫਰਜ਼ ਨਿਭਾਉਂਦੇ ਆ ਉਹ ਸਿੱਖੀ ਦੇ ਤੌਰ ਤੇ ਨਿਭਾਉਂਦੇ ਆ। ਬਹੁਤ ਵਧੀਆ ਜੀ। ਤਾਂ ਆ ਭਾਈ ਜਿਹੜਾ ਅੱਜ ਉੱਥੇ ਗਏ ਆ, ਮੈਂ ਗੱਲ ਮੈਨੂੰ ਪਤਾ ਆਪਾਂ ਪਹਿਲਾਂ ਵੀ ਕਰਦੇ ਸੀ, ਜੀ 20 ਕੁ ਮਿੰਟ ਪਹਿਲਾਂ ਜਾਣ ਤੋਂ ਪਹਿਲਾਂ ਜੀ ਇੱਕ ਵੀਡੀਓ ਭੇਜੀ ਗਈ ਜੀ ਵੀ ਇੱਕ ਬਜ਼ੁਰਗ, ਜੀ ਹੈਰਾਨਗੀ ਦੀ ਗੱਲ ਸੀ, ਪੂਰਾ ਉੱਥੇ ਮੱਥਾ ਟੇਕਦਾ ਸੀ। ਜੀ ਤੇ ਹਰਟ ਹੁੰਦਾ ਹਰ ਹੁੰਦਾ। ਸਿੱਖ ਦੇਖ ਕੇ, ਯੈਸ ਬਿਕਾਜ਼ ਜਦੋਂ ਮੈਂ ਘਰ ਜਾ ਕੇ ਬੱਚਿਆਂ ਨੂੰ ਵੀ ਦਿਖਾ ਲਈ, ਜੀ ਉਹ ਚੁੱਪ ਜਿਹਾ ਹੋ ਗਿਆ, ਕਿਉਂਕਿ ਜਿਹੜਾ ਸਿੱਖਿਆ ਉਹਨਾਂ ਨੂੰ ਮਿਲੀ ਆ, ਜੀ ਸਿਰਫ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਮੋਹਰੇ ਮੱਥਾ ਟੇਕੀ ਦਾ। ਜੀ ਉਹ ਨਹੀਂ ਕਦੇ। ਜੀ ਪਰ ਜਦੋਂ ਇੱਕ ਸੀ ਬਜ਼ੁਰਗ ਦੇਖੇ, ਚਿੱਟੀ ਦਸਤਾਰ ਵਾਲਾ, ਜੀ। ਦਾੜਾ ਪ੍ਰਕਾਸ਼, ਉਹ ਮਨ ਮਾਤਿਆ। ਉਹ ਮਨਮਤ ਆ। ਹਾਂਜੀ ਤੇ ਦੂਸਰੇ ਪਾਸੇ ਇੱਕ ਹੋਰ ਵੀਡੀਓ ਜਾਂਦੀ ਜਿੱਦਾਂ ਕੋਈ ਹੈਗਾ ਤਾਂ ਉਹ ਤਕਰੀਬਨ ਪਤਾ ਨਹੀਂ ਸਿੱਖਿਆ ਕਿ ਨਹੀਂ, ਹੂੰ ਪਰ ਉਹ ਜਾ ਕੇ ਪੈਸੇ ਵੀ ਉੱਥੇ ਰੱਖਦਾ। ਹੂੰ ਦੇਖੋ ਇਹ ਚੀਜ਼ਾਂ ਸਿੱਖੀ ਵਿੱਚੋਂ ਤਾਂ ਗੁਰੂ ਨਾਨਕ ਸਾਹਿਬ ਨੇ ਇਦਾਂ ਦੀ ਚੀਜ਼ਾਂ ਟੋਟਲੀ ਕੱਢੀਆਂ ਸੀ। ਜੀ ਜੀ ਤੇ ਜੋ ਕੁਝ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਵੀ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਣਾ। ਜੀ ਤਾਂ ਇਹਦੇ ਨਾਲ ਭਾਈ ਤਾਂ ਜਿਹੜੀ ਗੱਲ ਤੁਸੀਂ ਕੀਤੀ ਆ ਵੀ ਜਿਹੜਾ ਆਉਣ ਵਾਲਾ ਸਮਾਂ, ਜੀ ਅੱਜ ਨਵੀਂ ਸਰਕਾਰ ਬਣ, ਨਵਾਂ ਜਿਹੜਾ ਇੱਥੇ ਦਾ ਕਿੰਗ ਬਣਿਆ, ਬਸ ਉਹਦੇ ਬਾਰੇ ਵੀ ਮੀਡੀਆ ਨੇ ਪੁੱਛਿਆ ਜੀ ਵੀ ਜਿਹੜਾ ਕਿੰਗ ਚਾਰਲਸ III ਆ, ਜੀ ਇਹਨੂੰ ਵੀ ਸਿੱਖਾਂ ਦੀ ਕੰਟਰੀਬਿਊਸ਼ਨ ਕਾਫੀ ਪ੍ਰਮੋਟ ਕੀਤੀ। ਜੀ ਜਿਹੜਾ ਮਹਾਰਾਜਾ ਦਲੀਪ ਸਿੰਘ ਦਾ ਬੁੱਤ 1999 ਵਿੱਚ ਅਨਵੇਲ ਕੀਤਾ, ਉਹ ਪ੍ਰਿੰਸ ਚਾਰਲਸ ਨੇ ਕੀਤਾ ਸੀ। ਜੀ ਜੀ ਫਿਰ ਅਸੀਂ 2002 ਉਹਨੂੰ ਮਿਲੇ ਸੀ, 1 ਮਈ 2002 ਜੀ ਇੱਕ ਐਕਸੀਬਿਸ਼ਨ ਵੈਲਿੰਗਟਨ ਆਰਚ, ਜਿੱਥੋਂ ਮਜ਼ਾਰਾ ਚੱਲਦਾ ਹੁੰਦਾ, ਜੀ ਉੱਥੇ ਐਕਸੀਬਿਸ਼ਨ ਖੋਲ੍ਹੀ ਸੀ, ਜਵਾਨਸ ਟੂ ਜਨਰਲਸ, ਜੀ ਵੀ ਜਵਾਨਾਂ ਨੇ Very ਕਿੱਦਾਂ ਜਨਰਲ ਬਣੇ। ਜੀ ਹੁਣ ਉਹ ਅੱਜ ਦਾ ਇੱਥੇ ਕਿੰਗ ਆ। ਜੀ ਉਹ ਗੱਲਾਂ ਜਿਹੜੀਆਂ ਉਹ ਕਰ ਹਟਿਆ, ਉਹ ਬਹੁਤ ਸਿੱਖਾਂ ਦੀ ਸੈਫਟ ਕਰਦਾ ਸੀ। ਜੀ ਤਾਂ ਭਾਵੇਂ ਅਸੀਂ ਅੱਜ BBC ਤਾਂ ITV ਤੇ ਨਹੀਂ ਇਹ ਗੱਲ ਚਲਾਈ, ਜੀ। ਉਹ ਕਈ ਵਾਰੀ ਕਹਿ ਹਟਿਆ ਵੀ ਇਸ ਮੁਲਕ ਸਿੱਖਾਂ ਦਾ ਰੈਜੀਮੈਂਟ ਚਾਹੀਦਾ। ਜੀ। ਕਿਹਾ ਸੀ। ਸਿੱਖ- ਇਹ ਗੱਲਾਂ ਤਾਂ ਜਿੱਥੇ ਪੋਲਿਟਿਕਸ ਚੱਲਦੀ ਆ, ਉਹ ਤਾਂ ਹੈਗੀ ਆ ਜਿਹੜੇ ਪੋਲੀਟੀਸ਼ੀਅਨ ਦੇ ਪਾਰਟੀਆਂ ਹੁੰਦੀਆਂ, ਪਰ ਜੀ। ਜਿਹੜਾ ਇਹ ਕਿੰਗ ਹੁੰਦਾ, ਜੀ ਨਹੀਂ ਤਾਂ ਅੱਗੇ ਰਾਣੀ ਸੀ, ਜੀ ਇਹਨਾਂ ਦੀ ਹਰ ਹਫ਼ਤੇ ਪ੍ਰਧਾਨ ਮੰਤਰੀ ਨਾਲ ਮੀਟਿੰਗ ਹੁੰਦੀ ਆ। ਜੀ ਆਪਾਂ ਨੂੰ ਨਹੀਂ ਪਤਾ ਉੱਥੇ ਕੀ ਡਿਸਕਸ ਹੁੰਦਾ, ਜੀ ਪਰ ਜਿਹੜੀਆਂ ਉਹਨਾਂ ਦੇ ਅੰਦਰਲੀਆਂ ਚੀਜ਼ਾਂ ਆ, ਉਹ ਉਹਨਾਂ ਨੂੰ ਦੱਸਦੇ ਹੀ ਹੋਊਗੇ ਜੀ ਵੀ ਆਹ ਚੀਜ਼ ਸਾਨੂੰ ਚੰਗੀ ਲੱਗੀ, ਮਾੜੀ ਲੱਗੀ। ਜੀ ਤੇ ਜੇ ਆਹਾ ਹੀ ਸ਼ਕਲ ਹੁੰਦੀ ਜੀ ਵੀ ਇੱਕ ਸਿੱਖ ਗਿਆ ਮੱਥਾ ਟੇਕ ਗਿਆ, ਉਹਨਾਂ ਕਹਿਣਾ ਇੰਨੇ ਕਮਲੇ ਸਿੱਖ, ਜੀ ਜੀ ਅਸੀਂ ਤਾਂ ਇਹਨਾਂ ਨੂੰ ਸਟੱਡੀ ਕੀਤਾ ਹੈ ਤਾਂ ਜੀ, ਗੁਰੂ ਨੂੰ ਜੀ। ਮੱਥਾ ਟੇਕਦੇ ਹੁੰਦੇ ਆ। ਜੀ ਤਾਂ ਸਾਡਾ ਉੱਥੇ ਜਾਣਾ ਐਕਚੁਅਲੀ ਹੋਰ ਜ਼ਿਆਦਾ ਜ਼ਰੂਰੀ ਬਣ ਗਿਆ ਸੀ ਵੀ ਇਮੇਜ ਆ ਜਾਵੇ ਬਹੁਤ ਵਧੀਆ। ਹਾਂਜੀ ਵੀ ਅਸੀਂ ਫਤਿਹ ਬੁਲਾਉਂਦੇ ਹੁੰਦੇ ਆ। ਜੀ ਜੀ ਤਾਂ ਫਤਿਹ ਦਾ ਵੀ ਜਦੋਂ ਅਸੀਂ ਮਹਿਨਾ ਦੱਸਿਆ ਉਹਨਾਂ ਨੂੰ। ਦੱਸਿਆ ਉਹਨਾਂ ਨੂੰ ਜੀ ਜੀ ਵੀ ਐਕਚੁਅਲੀ ਜਿਹੜਾ ਖਾਲਸਾ ਹੁੰਦਾ, ਜੀ ਤਕਰੀਬਨ ਆਪਾਂ ਸਾਰਾ ਕੁਝ ਕੁਰਬਾਨ ਕਰ ਦਈਦਾ ਜੀ ਗੋਡ ਲਈ, ਕਹ ਲਓ ਰੱਬ ਲਈ, ਵਾਹਿਗੁਰੂ ਲਈ। ਜੀ ਤਾਂ ਇਹ ਐਕਚੁਅਲੀ ਹੈਗਾ ਵੀ ਜਿਹੜੀ ਰਾਣੀ ਵੀ ਸੀ, ਜੀ ਉਹਨ ਵੀ ਆਪਣੀ ਸਾਰੀ ਲਾਈਫ ਸੇਵਾ 'ਚ ਹੀ ਲਾਈ ਸੀ। ਜੀ ਤੇ ਇਹ ਐਕਚੁਅਲੀ ਦੋ ਗੱਲਾਂ ਟੁੱਕਦੀਆਂ ਸੀ ਜੀ ਵੀ ਜਿਹੜਾ ਅਸੀਂ ਫਤਿਹ ਬੁਲਾ ਕੇ ਆਏ ਆ, ਹੂੰ ਉਹ ਐਕਚੁਅਲੀ ਹਮੇਸ਼ਾ ਰੱਬ ਦੀ ਇੱਜ਼ਤ ਹੀ ਹੁੰਦੀ ਆ। ਬਹੁਤ ਵਧੀਆ ਵੀ ਜਿਹੜੀਆਂ ਮਾੜੇ ਕੰਮ ਕਰਦੇ ਆ, ਉਹਨਾਂ ਨੂੰ ਹਮੇਸ਼ਾ ਹਾਰ ਮਿਲਣੀ ਆ, ਜੀ। ਪਰ ਜਿਹੜੀ ਫਤਿਹ ਇਦਾਂ ਵਾਹਿਗੁਰੂ ਦੀ ਹੋਣੀ ਆ। ਸੋ ਸਾਧ ਸੰਗਤ ਜੀ, ਜਿਸ ਤਰ੍ਹਾਂ ਤੁਹਾਨੂੰ ਦਲਜੀਤ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਨੂੰ ਫਤਿਹ ਬੁਲਾਵੇ, ਗੁਰੂ ਮਹਾਰਾਜ ਕਹਿੰਦੇ ਨੇ ਕਿ ਉਹਨਾਂ ਦੇ ਸਾਰੇ ਦੁੱਖ ਜਿਹੜੇ ਨੇ ਪਿਛਲੇ ਉਹ ਕੱਟੇ ਜਾਂਦੇ ਆ। ਸੋ ਸਾਡਾ ਸਾਨੂੰ ਗੁਰੂ ਮਹਾਰਾਜ ਨੇ ਫਤਿਹ ਦਿੱਤੀ ਆ, ਜੋ ਫਤਿਹ ਅਰਜ ਕਰਦੇ ਆ, ਉਹੀ ਸਾਨੂੰ ਫਤਿਹ ਇੱਕ ਦੂਸਰੇ ਨੂੰ ਬੁਲਾਉਣੀ ਚਾਹੀਦੀ ਹੈ। ਹਰ ਸਿੱਖ ਨੂੰ ਸਿੱਖ ਦੇ ਨਾਲ ਵੀ ਤੇ ਦੂਸਰਿਆਂ ਨਾਲ ਵੀ ਫਤਿਹ ਸਾਂਝੀ ਕਰਨੀ ਚਾਹੀਦੀ ਆ, ਨਾ ਕਿ ਇਹੋ ਜਿਹਾ ਕੋਈ ਮਨਮਤ ਕਰੀਏ ਜਿਹਦੇ ਨਾਲ ਕਿ ਸਿੱਖ ਕੌਮ ਦੇ ਜਿਹੜੇ ਹਿੱਤ ਨੇ ਉਹਨਾਂ ਨੂੰ ਕੋਈ ਠੇਸ ਪਹੁੰਚੇ। ਸੋ ਹੁਣ ਮੈਂ ਫਿਰ ਸਰਦਾਰ ਅਮਰੀਕ ਸਿੰਘ ਜੀ ਕੋਲ ਜਾਵਾਂਗਾ। ਭਾਈ ਅਮਰੀਕ ਸਿੰਘ, ਤੁਸੀਂ ਪੋਲੀਟੀਕਲੀ
ਤੁਸੀਂ ਥੋੜਾ ਦੱਸਿਆ ਕੋਈ ਇਹਦੇ ਬਾਰੇ ਕਿ ਜੋ ਸਾਡੇ ਬੱਚੇ ਆਉਣ ਵਾਲੇ ਕਾਉਂਸਲਰ ਨੇ ਜਾਂ MP ਬਣਨ ਵਾਲੇ ਨੇ ਉਹਨਾਂ ਬਾਰੇ ਤੁਸੀਂ ਦੱਸਿਆ, ਪਰ ਗਾਂ ਜਿਸ ਤਰ੍ਹਾਂ ਇੱਥੋਂ ਦੇ ਜਿਹੜੇ ਮਤਲਬ ਪ੍ਰਿੰਸ ਆ ਜਾਂ ਉਹ ਜਿਹੜੇ ਮਤਲਬ ਲੀਡਰ ਨੇ ਉਹ ਵੀ ਚਾਹੁੰਦੇ ਨੇ ਕਿ ਇੱਥੇ ਵੀ ਸਿੱਖ ਰੈਜੀਮੈਂਟ ਜਿਹੜੀ ਆ ਉਹ ਹੋਣੀ ਚਾਹੀਦੀ ਆ। ਤੁਸੀਂ ਕਿਸ ਤਰ੍ਹਾਂ ਪੋਲੀਟੀਕਲੀ ਹੋਣ ਦੇ ਨਾਤੇ ਕਿਸ ਤਰ੍ਹਾਂ ਇਹਨੂੰ ਭਾਊ ਜੀ ਦੇਖੋ ਇਹ ਗੱਲ ਜਿਹੜੀ ਹੈ ਨਾ, ਇਹ ਉੱਥੇ ਵੀ ਜਦੋਂ ਅਸੀਂ ਗੱਲ ਕਰਦੇ ਸੀਗੇ ਤੇ ਮੈਂ ਨਰਿੰਦਰਜੀਤ ਨੇ ਇਹ ਪੱਖ ਜਿਹੜਾ ਸੀ ਉਹ ਕਵਰ ਕੀਤਾ ਸੀਗਾ। ਉਹਨਾਂ ਨੇ ਦੱਸਿਆ ਵੀ ਜਿੱਦਾਂ ਟੈਥਫੋਰਡ ਦੇ ਵਿੱਚ ਜਦੋਂ ਬਹੁਤ ਜਿੱਦਾਂ ਆਪਣੇ ਮਹਾਰਾਜ ਦਾ ਲਾਇਆ ਸੀਗਾ ਜੀ, ਤੇ ਕਿਉਂਕਿ ਸਾਡੀ ਜਿਹੜੀ ਇੱਕ ਹੈ ਨਾ ਇੱਕ ਜਿਹੜੀ ਸਾਡੀ ਹਿਸਟਰੀ ਆ ਜੀ, ਉਹ ਅਸਲ ਦੇ ਵਿੱਚ ਜਿਹੜੀ ਐਂਗਲੋ ਸਿੱਖ ਹਿਸਟਰੀ ਆ ਨਾ, ਇਹ ਇੱਕ ਬਹੁਤ ਪੁਰਾਤਨ ਆ ਤੇ ਇਹਦੀ ਇੱਕ ਬੜੀ ਲੰਮੀ ਪਿਛੋਕੜ ਆ ਜੀ। ਤੇ ਜਦੋਂ ਆਪਾਂ ਜਾਂਦੇ ਆ ਤੇ ਇਹ ਕਿਸੇ ਨੂੰ ਇਸ ਗੱਲ ਦਾ ਭੁਲੇਖਾ ਨਹੀਂ ਵੀ ਇਹਨਾਂ ਲੋਕਾਂ ਨੂੰ ਸਾਡੇ ਬਾਰੇ ਪਤਾ ਨਾ ਹੋ ਜੀ, ਜੀ, ਕਿਉਂਕਿ ਦੋਹਾਂ ਲੜਾਈਆਂ ਦੇ ਵਿੱਚ ਸਿੱਖਾਂ ਦੀ ਬਹੁਤ ਵੱਡੀ ਕੁਰਬਾਨੀ, ਪਹਿਲੀ ਲੜਾਈ ਦੇ ਵਿੱਚ ਵੀ, ਦੂਜੀ ਦੇ ਵਿੱਚ ਵੀ ਜੀ, ਔਰ ਉਹਦੇ ਤੋਂ ਬਾਅਦ ਇਹਨਾਂ ਦੇ ਰੂਲ ਵੇਲੇ ਵੀ ਇਹਨਾਂ ਨੂੰ ਪਤਾ ਆ ਵੀ ਸਿੱਖ ਜਿਹੜੇ ਹੈਗੇ ਆ ਐਕਚੁਅਲੀ ਵਿੱਚ ਆਪਣਾ ਰਾਜ ਉੱਥੇ ਬਣਾ ਕੇ ਬੈਠੇ ਸੀ ਜੀ, ਜਿਹੜਾ ਕਿ ਪੂਰੇ ਹਿੰਦੁਸਤਾਨ ਤੋਂ 100 ਸਾਲ ਬਾਅਦ ਤੱਕ ਸਾਡਾ ਆਪਣਾ ਰਾਜ ਜਿਹੜਾ ਆ ਉਹ ਰਿਹਾ। 100 ਸਾਲ ਬਾਅਦ ਗੋਰੇ ਆਪਣਾ ਵੱਖਰਾ ਰਾਜ ਕਰਦੇ ਸੀ, ਸਾਡਾ ਆਪਣਾ ਪਹਿਲਾਂ ਸੀਗਾ, ਇਹਨਾਂ ਸਾਂਝਾ ਸੀਗੀਆਂ ਸਾਡੇ ਜਰਨੈਲ ਸੀ। ਸੋ ਮੈਂ ਇਹ ਗੱਲ ਜਿਹੜੀ ਇਸ ਕਰਕੇ ਜੋੜਨੀ ਚਾਹੁੰਦਾ ਵੀ ਇਹਨਾਂ ਨੂੰ ਇੱਥੇ ਇਸ ਹੁਣ ਰਾਜਾ ਜਿਹੜਾ ਆ ਉਹ ਰਾਜੇ ਦੇ ਜਿਹੜੇ ਹਿੱਤ ਆ ਜਾਂ ਉਹਦੀ ਹੁਣ ਤੱਕ ਦੀ ਜਿਹੜੀ, ਕਿਉਂਕਿ ਆਪਾਂ ਹੁਣ ਇਸ ਕਿਉਂਕਿ ਜਦੋਂ ਹੁਣ ਕੋਈ ਇਨਸਾਨ ਉਸ ਗੱਲ ਤੋਂ ਹੁਣ ਪਹਿਲਾਂ ਉਹ ਇੱਕ ਪ੍ਰਿੰਸ ਸੀਗਾ ਜੀ, ਪ੍ਰਿੰਸ ਆਫ ਵੇਲਸ ਸੀਗਾ, ਠੀਕ ਨਹੀਂ ਜੀ, ਹੁਣ ਉਹ ਹੈਗਾ ਆ ਉਹ ਕਿੰਗ ਚਾਰਲਸ III ਆ ਜੀ, ਹੁਣ ਉਹ ਰਾਜਾ ਆ ਜੀ। ਰਾਜਾ ਹੋ ਕੇ ਕੀ ਉਹ ਉਸ ਢੰਗ ਨੂੰ ਗਾਂ ਕਿਵੇਂ ਲੈ ਕੇ ਜਾਂਦਾ ਉਹਦੇ ਤੇ ਵੀ ਆਪਾਂ ਦੇਖਣਾ। ਲੇਕਿਨ ਜੋ ਕੁਛ ਆਪਾਂ ਉਹਦੇ ਪਿਛੋਕੜ ਤੋਂ ਦੇਤੇ ਆ ਉਹਦੇ ਤੋਂ ਸੰਗਤ ਜੀ ਇਹ ਆ ਵੀ ਸਿੱਖਾਂ ਦਾ ਜਿਹੜਾ ਭਵਿੱਖ ਆ ਉਹ ਵਧੀਆ ਹੋਊਗਾ, ਕਿਉਂਕਿ ਸਿੱਖਾਂ ਪ੍ਰਤੀ ਜਿੰਨਾ ਸਾਨੂੰ ਪਿਛੋਕੜ ਵਿੱਚ ਜਿੰਨਾ ਉਹਦੇ ਨਾਲ ਜਿਹੜਾ ਤਕਰੀਬਨ ਉਹਦੇ ਬੈਕਗ੍ਰਾਉਂਡ ਤੋਂ ਆਪਾਂ ਅਨੁਭਵ ਕਰ ਸਕਦੇ ਇਹ ਆ ਵੀ ਉਹ ਸਿੱਖਾਂ ਪ੍ਰਤੀ ਉਹਦੇ ਬਹੁਤ ਵਧੀਆ, ਸਿੱਖਾਂ ਨੂੰ ਬਹੁਤ ਵਧੀਆ ਲੋਕ ਸਮਝਦਾ ਜੀ ਜੀ, ਔਰ ਬਹੁਤੇ ਸਿੱਖਾਂ ਨਾਲ ਨੇੜਤੇ ਦੇ ਸੰਬੰਧ ਸੀਗੇ। ਔਰ ਜਿਹੜੀ ਸਿੱਖ ਰੈਜੀਮੈਂਟ ਦੀ ਗੱਲ ਆ ਉਹ ਬੜੇ ਜ਼ੋਰ ਸ਼ੋਰ ਨਾਲ ਕਹੀ ਸੀ ਵੀ ਇਹ ਰੈਜੀਮੈਂਟ ਇੱਥੇ ਹੋਣੀ ਚਾਹੀਦੀ ਆ, ਤੇ ਹੁਣ ਉਹ ਖੁਦ ਰਾਜਾ ਆ। ਤੇ ਜਿੱਦਾਂ ਹੁਣ ਭਾਜੀ ਨੇ ਕਿਹਾ ਆਪਸ ਵਿੱਚ ਬਹਿੰਦੇ, ਇਹ ਠੀਕ ਹੈ ਉਹ ਪੋਲਿਟਿਕਸ ਹਿੱਸਾ ਨਹੀਂ ਲੈਂਦੇ ਲੇਕਿਨ ਹੈ ਤਾਂ ਆਪਣੇ ਵਰਗੇ ਇਨਸਾਨ ਆ ਨਾ, ਉਹਨਾਂ ਦੇ ਮਨ ਵਿੱਚ ਵੀ ਕਿਸੇ ਨਾ ਕਿਸੇ ਭਾਵਨਾ ਤਾਂ ਹੁੰਦੀ ਆ ਕੀ ਚਾਹੁੰਦੇ ਆ, ਤਾਂ ਇਹਨਾਂ ਨਾਲ ਸ਼ੇਅਰ ਕਰਦੇ ਆ। ਸੋ ਮੈਂ ਸਮਝਦਾ ਕਿ ਉਹ ਸਿੱਖਾਂ ਲਈ ਮਹਾਰਾਣੀ ਦਾ ਵੀ ਕੋਈ ਇਹ ਆਪਾਂ ਨੈਗੇਟਿਵ ਪੱਖ ਨਹੀਂ ਕਿਤੇ ਹੈਗਾ ਸਾਡੇ ਸਿੱਖਾਂ ਪ੍ਰਤੀ, ਲੇਕਿਨ ਕਿਉਂਕਿ ਕਿਉਂਕਿ ਉਹਨਾਂ ਨੇ ਕਦੀ ਜ਼ਾਹਰ ਨਹੀਂ ਕੀਤਾ ਕੋਈ ਕਦੀ ਇਸ ਢੰਗ ਨਾਲ, ਲੇਕਿਨ ਇਹ ਖੁਦ ਜ਼ਾਹਰ ਕਰ ਚੁੱਕੇ ਆ ਬਹੁਤ ਆਪਣਾ ਪਿਛੋਕੜ ਦੇ ਵਿੱਚ। ਆਉਣ ਵਾਲੇ ਸਮੇਂ 'ਚ ਆਸ ਆ ਭਈ ਸਿੱਖਾਂ ਪ੍ਰਤੀ ਚੰਗੇ ਫੈਸਲੇ ਜਿਹੜੇ ਆ ਉਹ ਆਪਣੇ ਹਿਸਾਬ ਨਾਲ ਜ਼ਰੂਰ ਆਪਣੀ ਦਲੀਲ ਜ਼ਰੂਰ ਦੇਣਗੇ। ਲੇਕਿਨ ਆਪਾਂ ਸੰਗਤ ਜੀ ਆਪਾਂ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਉਹ ਇਹ ਆ ਭਈ ਆਪਾਂ ਇਹ ਨਹੀਂ ਭਾਵ ਲੈਣੀ ਵੀ ਆਪਾਂ ਕਿਸੇ ਸਾਡੇ ਲਈ ਆਪਾਂ ਇਹ ਸੋਚਣਾ ਕਿ ਇੱਕ ਇਸ ਮੁਲਕ ਦੇ ਬ੍ਰਿਟਿਸ਼ ਸਿਟੀਜ਼ਨ ਸਹਿਰੀ ਜਾਂ ਇੱਥੇ ਦੇ ਵਸਿੰਦੇ ਹੋਣ ਦੇ ਨਾਤੇ ਅਸੀਂ ਆਪਣੇ ਆਪ ਨੂੰ ਵਧੀਆ ਪ੍ਰੋਜੈਕਟ ਕਰਨਾ, ਸਾਨੂੰ ਦੇਖ ਕੇ ਲੋਕ ਕਹਿਣ ਵੀ ਇਹ ਵਧੀਆ ਲੋਕ ਆ, ਜਿੱਥੇ ਜਿੱਥੇ ਵੀ ਆਪਾਂ ਵਿਚਰਨਾ ਆਪਾਂ ਵਧੀਆ ਵਿਚਰਨਾ। ਹੁਣ ਦੇਖੋ ਸਾਡੇ ਭੈਣ ਜੀ ਪ੍ਰੀਤ ਕੌਰ ਗਿੱਲ ਆ, ਤਨਮੀਤ ਸਿੰਘ ਜੀ ਟੇਸੀ ਆ, ਜਦੋਂ ਦੇ ਇਹ ਦੋਏ ਆਏ ਆ, ਮੈਂ ਉਦੋਂ ਵੀ ਗੱਲ ਕੀਤੀ ਸੀ, ਸਾਡੇ MP ਤੋਂ ਪਹਿਲਾਂ ਮੇਰੇ ਪਿਆਰਾ ਸਿੰਘ ਖਾਬੜਾ ਜੀ ਸੀਗੇ, ਮਰਸਾ ਸਿੰਘ ਜੀ ਸੀਗੇ, ਲੇਕਿਨ ਉਹਨਾਂ ਵਿੱਚ ਉਹ ਅਬਿਲਿਟੀ ਉਹ ਗੁਣ ਮਾਫ ਕਰਨਾ ਮੈਂ ਉਹਨਾਂ ਨੂੰ ਮਤਲਬ ਨਿਮਾਣਾ ਨਹੀਂ ਨੀਵੇਂ ਨਹੀਂ ਕਰਨਾ ਚਾਹੁੰਦਾ, ਪਰ ਇਹ ਇੱਕ ਟੈਲੀਵਿਜ਼ਨ ਤੇ ਸੱਚਾਈ ਦੱਸਣਾ ਚਾਹੁੰਦਾ ਕਿ ਜਿਹੜੇ ਆਹ ਦੋ ਬੱਚੇ ਹੁਣ ਆਏ ਆ ਇਹਨਾਂ ਦੇ ਵਿੱਚ ਬਹੁਤ ਵਧੀਆ ਗੁਣ ਆ। ਇਹ ਗੱਲ ਜਿਹੜੀ ਆ ਉੱਥੇ ਕਹਿ ਸਕਦੇ ਇੱਕ ਦੂਜੀ ਗੱਲ ਇਹ ਆ ਕਿ ਸਿੱਖਾਂ ਇਹਨਾਂ ਦੇ ਖੂਨ ਦੇ ਵਿੱਚ ਰਗਾਂ ਦੇ ਵਿੱਚ ਇਹਨਾਂ ਦੇ ਨਾ ਸਿੱਖੀ ਦੀ ਜਿਹੜਾ ਪਿਛੋਕੜ ਆ ਨਾ ਉਹ ਗਰਜ ਕਰ ਰਿਹਾ ਦੇ ਖੂਨ ਦੇ ਵਿੱਚ। ਇਸੇ ਤਰ੍ਹਾਂ ਢੇਸੀ ਤੇ ਇਸੇ ਤਰ੍ਹਾਂ ਭੈਣ ਜੀ ਪ੍ਰੀਤ ਕੌਰ ਗਿੱਲ, ਕਿਉਂਕਿ ਸਿੱਖ ਪਰਿਵਾਰਾਂ ਚੋਂ ਆਏ ਜਿਹੜੇ ਕੌਮ ਨੂੰ ਸਮਰਪਿਤ ਪਰਿਵਾਰ ਆ। ਜਸਪਾਲ ਸਿੰਘ ਢੇਸੀ ਵੀ ਤੇ ਦਲਜੀਤ ਸਿੰਘ ਸ਼ੇਰ ਗਿੱਲ ਵੀ ਬਹੁਤ ਵਧੀਆ ਪਰਿਵਾਰ ਦੋਏ ਸੀ, ਬੜੇ ਵੱਡੀਆਂ ਕੰਟਰੀਬਿਊਸ਼ਨ ਦੀਆਂ। ਜਸਪਾਲ ਸਿੰਘ ਢੇਸੀ ਦੀ ਗੁਰਦੁਆਰਾ ਗਰੇਵਦਰ ਬਣਾਉਣ ਵਿੱਚ ਬਹੁਤ ਵੱਡਾ ਰੋਲ ਆ, ਉਸ 8 ਸਾਲ ਪ੍ਰਧਾਨ ਰਹੇ ਸੀ, ਲੇਕਿਨ ਦਿਨ ਰਾਤ ਇੱਕ ਕਰਕੇ ਇੱਡਾ ਇੱਕ ਮੈਂ ਸਮਝਦਾ ਕਿ ਉਹ ਇੱਕ ਅਜੂਬਾ ਆ, ਉਹ ਗੁਰੂ ਘਰ ਨਹੀਂ ਇੱਕ ਅਜੂਬਾ ਆ। ਔਰ ਸਾਰਾ ਜਿਹੜਾ ਸਿੱਖ ਆ ਯੂਰਪ ਦਾ ਗਰੇਵਦਰ ਤੇ ਗੁਰੂ ਘਰ ਤੇ ਮਾਣ ਮਹਿਸੂਸ ਕਰਦਾ, ਬੜੀ ਉਹਨਾਂ ਦੀ ਦੇਣ ਸੀ। ਸੋ ਮੇਰਾ ਭਾਵ ਕਹਿਣ ਤੋਂ ਸੰਗਤ ਜੀ ਇਹ ਆ, ਹੁਣ ਇਹ ਜਿਹੜੇ ਬੱਚੇ ਸਾਡੇ ਇਦਾਂ ਆਉਂਦੇ ਆ ਵਿੱਚ, ਜੇ ਅੱਜ ਅਸੀਂ ਉੱਥੇ ਗਏ ਆ ਤੇ ਉਹ ਭੈਣ ਜੀ ਪ੍ਰੀਤ ਕੌਰ ਨੇ ਇਹ ਸਮਝਿਆ ਕਿ ਹਾਂ
ਤੁਹਾਨੂੰ ਉੱਥੇ ਜਾਣਾ ਬਣਦਾ। ਉਹਨੇ ਸਾਡਾ ਸਪੈਸ਼ਲ ਪ੍ਰਬੰਧ ਕਰਕੇ ਦਿੱਤਾ, ਸਪੈਸ਼ਲੀ ਸਾਨੂੰ ਇਨਵੀਟੇਸ਼ਨ ਭਿਜਵਾਈ ਆ, ਉੱਥੇ ਗਏ ਆ, ਬੜੇ ਮਾਣ ਨਾਲ ਸਾਨੂੰ ਪਿੱਛੇ ਦੇ ਲਿਜਾ ਕੇ ਉਹਨਾਂ ਨੇ ਅਸੀਂ ਜੋ ਹੈ ਆਪਣੀ ਸ਼ਰਧਾਂਜਲੀ ਜਿਹੜੀ ਹੈਗੀ ਆ ਉੱਥੇ ਭੇਟ ਕੀਤੀ ਆ। ਸੋ ਮੈਂ ਇਹੀ ਬੇਨਤੀ ਕਰਨੀ ਚਾਹੁੰਦਾ ਕਿ ਜਿਹੜੇ ਹੁਣ ਵੀ ਬੱਚੇ ਸਾਡੇ ਆ, ਉਹ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹਨਾਂ ਨੂੰ ਦੇਖ ਕੇ, ਕਿਉਂਕਿ ਇੱਕ ਉਹਨਾਂ ਲਈ ਇੱਕ ਰੋਲ ਮਾਡਲ ਆ ਇਹ, ਇਹਨਾਂ ਨੂੰ ਦੇਖ ਕੇ ਉਹਨਾਂ ਨੇ ਵੀ ਇਹ ਸਮਝਣਾ ਵੀ ਸਤਿਕਾਰ ਠੀਕ ਹੈ, ਇੱਕ MP ਤੁਸੀਂ ਬਣ ਜਾਣਾ ਕੋਈ ਗੱਲ ਨਹੀਂ, MP ਬਣ ਜਾਂਦੇ ਆ ਜੀ, ਪਰ MP ਬਣ ਕੇ ਜਿੱਥੇ ਤੁਸੀਂ ਇੱਕ ਮੈਂਬਰ ਆਫ ਪਾਰਲੀਮੈਂਟ ਆਪਣੀ ਕੰਸਟੀਚੁਐਂਸੀ ਦੀ ਲੋਕਾਂ ਦੀ ਸੇਵਾ ਕਰਨੀ ਆ, ਉੱਥੇ ਆਪਣੇ ਮਨ ਵਿੱਚ ਇਹ ਵੀ ਰੱਖਣਾ ਕਿ ਮੇਰਾ ਪਿਛੋਕੜ ਕੀ ਆ, ਮੈਂ ਆਇਆ ਕਿੱਥੋਂ ਆ, ਮੈਂ ਕਿੱਥੋਂ ਆਇਆ, ਤੇ ਮੇਰੀ ਆਪਣੀ ਜਿਹੜੀ ਗੁਰੂ ਪ੍ਰਤੀ ਕੀ ਬਣਦੀ ਆ। ਜਦੋਂ ਸਾਡੇ ਵਿੱਚ ਇਹ ਭਾਵਨਾ ਹੋਊਗੀ ਨਾ, ਫਿਰ ਸੋਨੇ ਦੇ ਸੁਹਾਗੇ ਵਾਲੀ ਸੰਗਤ ਜੀ ਗੱਲ ਬਣਦੀ ਆ। ਸੋ ਇਸ ਕਰਕੇ ਹੁਣ ਸਾਡੇ ਬੱਚੇ ਇਸ ਸਾਲ ਦੇਖੋ ਕੌਂਸਲਰ ਜਿਹੜੇ ਹੈਗੇ ਆ, ਬਹੁਤ ਨਵੇਂ ਬੱਚੇ ਕੌਂਸਲਰ ਬਣੇ ਆ। ਇੱਥੇ ਅੰਗਰੇਜ਼ ਉਹਨਾਂ ਦੀ ਬੱਚੀ ਬਣੀ ਆ, ਇਸੇ ਤਰ੍ਹਾਂ ਹੀ ਆਪਣੇ ਮੰਡ ਸਾਹਿਬ ਦਾ ਮੇਰਾ ਖਿਆਲ ਇੱਕ ਪੋਤਰਾ ਬਣਿਆ, ਹੋਰ ਵੀ 3-4 ਨਵੇਂ ਮੈਨੂੰ ਬੱਚੇ ਦੱਸੇ ਸੀ ਜਿਹੜੇ ਇੱਥੇ ਜਿਹੜੇ ਆ ਉਹ ਕੌਂਸਲਰ ਬਣੇ ਆ। ਦੇਖੋ ਅੱਜ ਕੌਂਸਲਰ ਬਣੇ ਆ, ਕੱਲ ਨੂੰ ਮਹਾਰਾਜ ਕਿਰਪਾ ਕਰਨਗੇ ਹੌਲੀ ਹੌਲੀ ਪ੍ਰੀਤ ਕੌਰ ਗਿੱਲ ਵੀ ਕੌਂਸਲਰ ਬਣੇ ਸੀਗੇ, ਤਨਮਨ ਸਿੰਘ ਢੇਸੀ ਵੀ ਕੌਂਸਲਰ ਤੋਂ ਆਏ ਆ। ਹੌਲੀ ਹੌਲੀ ਬੱਚੇ ਇਹਨਾਂ ਦੇ ਵਿੱਚ ਐਬਿਲਿਟੀ ਹੋਊਗੀ, ਮਿਹਨਤ ਕਰਨਗੇ, ਲੋਕਾਂ ਦਾ ਜਿਹੜਾ ਹੈਗਾ ਉਹ ਜਿਹੜਾ ਆ ਉਹ ਸਹਿਯੋਗ ਜਿਹੜਾ ਆ ਉਹ ਲੈਣਗੇ, ਤੇ ਗਾਂ ਆਉਣੇ ਵਾਲੇ ਸਮੇਂ ਨੂੰ ਇਹ ਵੱਧ ਸਕਦੇ ਆ। ਸੋ ਲੇਕਿਨ ਇਹਦੇ ਨਾਲ ਇੱਥੇ ਹੀ ਨਹੀਂ, ਇਹਨਾਂ ਨੂੰ ਮੇਰੀ ਇਹ ਵੀ ਬੇਨਤੀ ਆ ਵੀ ਆਪਾਂ ਇੱਕ ਪਾਰਟੀ ਤੱਕ ਸੰਗਤ ਜੀ ਸੀਮਤ ਨਹੀਂ ਰੱਖਣਾ, ਆਪਾਂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਸ਼ਿਰਕਤ ਕਰਨੀ, ਉੱਥੇ ਵੀ ਆਪਣੇ ਆਪ ਨੂੰ ਵੱਧ, ਤਾਂ ਕਿ ਹਰ ਪਾਸਿਓਂ ਜਿਹੜਾ ਆ ਆਪਾਂ ਵੱਧ ਤੋਂ ਵੱਧ ਜਿਹੜਾ ਆ ਉਹ ਇਹਦੇ ਵਿੱਚ ਆ ਕੇ ਆਪਾਂ ਇਸ ਮੁਲਕ ਦੇ ਵਿੱਚ ਆਪਣੇ ਆਪ ਨੂੰ ਵਧੀਆ ਢੰਗ ਦੇ ਨਾਲ ਐਸਟੈਬਲਿਸ਼ ਹੋਣਾ, ਤਾਂ ਕਿ ਆਪਣੇ ਜਿਹੜੇ ਮਸਲੇ ਆ, ਆਪਣੇ ਜਿਹੜੇ ਬੱਚੇ ਉਹ ਮਾਣ ਮਹਿਸੂਸ ਕਰਨ ਵੀ ਮੈਂ ਸਿੱਖ ਹਾਂ, ਤੇ ਸਿੱਖ ਕੌਮ ਐਡੀ ਇੱਕ ਮਾਣਮਤਾ ਕੌਮ ਆ, ਤੇ ਗੁਰੂ ਸਾਹਿਬ ਦਾ ਜਿਹੜਾ ਹੈਗਾ ਆ ਆਪਾਂ ਨਾਂ ਸੰਸਾਰ ਪੱਧਰ ਤੇ ਜਿਹੜਾ ਆ ਉਹ ਰੋਸ਼ਨ ਕਰਨਾ ਜੀ। ਅੱਜ ਮੈਂ ਤੁਹਾਨੂੰ 1 ਮਿੰਟ ਵਿੱਚੋਂ ਰੋਕਦਾ ਹੋਇਆ ਕਿ ਮੈਂ ਜਿਸ ਤਰ੍ਹਾਂ ਤੁਸੀਂ ਗਰੇਵਜ਼ੈਂਡ ਗੁਰਦੁਆਰੇ ਗੁਰੂ ਘਰ ਦੀ ਗੱਲ ਕੀਤੀ ਆ, ਹੁਣ ਵੀ ਆਪਣੇ 2 ਵੱਡੇ ਗੁਰੂ ਘਰ, ਇੱਕ ਰੈਸਟ ਦੀ ਤੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਹਾਲ ਦੀ ਇਲੈਕਸ਼ਨ ਆ ਰਹੀ ਆ, ਤੁਸੀਂ ਸੰਗਤ ਨੂੰ ਕਿਸ ਤਰ੍ਹਾਂ, ਕਿਹੋ ਜਿਹੇ ਜਿਹੜੇ ਨੁਮਾਇੰਦੇ ਨੇ, ਕਿਹੋ ਜਿਹੇ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਅੱਗੇ ਆਉਣੇ ਚਾਹੀਦੇ ਨੇ, ਜਿਹੜੇ ਕੌਮ ਦੀ ਔਰ ਪੰਥ ਦੀ ਸੇਵਾ ਕਰ ਸਕਣ? ਦੇਖੋ ਪਾਉ ਜੀ, ਅਸੀਂ ਐਜ਼ ਇੱਕ ਪੋਲੀਟੀਕਲ ਪਾਰਟੀ ਸਿੱਖ ਫੈਡਰੇਸ਼ਨ ਲੋਕਲ ਗੁਰਦੁਆਰਿਆਂ ਦੀ ਇਲੈਕਸ਼ਨ ਦੇ ਵਿੱਚ ਅਸੀਂ ਆਪਣਾ ਕੋਈ ਪਾਰਟ ਐਜ਼ ਏ ਨੈਸ਼ਨਲ ਨਹੀਂ ਲੈਂਦੇ। ਸਾਡੇ ਲੋਕਲ ਸਿੰਘ ਜਿੱਥੇ ਵੀ ਸੇਵਾ ਕਰਦੇ ਆ ਉਹਨਾਂ ਤੇ ਅਸੀਂ ਓਪਨ ਛੱਡ ਦਈਦਾ ਉਹਨਾਂ ਨੂੰ ਵੀ ਭਾਈ ਜਿੱਥੇ ਤੁਸੀਂ ਜੈ ਸਮਝਦੇ ਆਪਣੇ ਹਿਸਾਬ ਨਾਲ ਸੇਵਾ ਕਰੋ, ਉਹਨਾਂ ਤੇ ਕਦੀ ਕੋਈ ਸਾਡਾ ਕੋਈ ਇੱਦਾਂ ਨਹੀਂ ਹੁੰਦਾ ਵੀ ਅਸੀਂ ਉੱਥੇ ਵੀਟੋ ਕਰੀਏ। ਲੇਕਿਨ ਇੱਕ ਚੀਜ਼ ਜਿਹੜੀ ਮੈਂ ਸੰਗਤ ਨੂੰ ਜ਼ਰੂਰ ਬੇਨਤੀ ਕਰਨਾ, ਸੰਗਤ ਜੀ ਭਈ ਸਾਡੇ ਵੀਰ ਭਾਈ ਜਿਹੜੇ ਵੀ ਜਿੱਥੇ ਵੀ ਸੇਵਾਵਾਂ ਕਰਦੇ ਆ, ਮਾਣ ਸਤਿਕਾਰ ਨਾਲ ਉਹਨਾਂ ਸਾਰਿਆਂ ਅੱਗੇ ਸਾਡਾ ਸਿਰ ਝੁਕਦਾ, ਕਿਉਂਕਿ ਸੇਵਾਵਾਂ ਪੰਥ ਦੀਆਂ ਕਰਨੀਆਂ, ਕੌਮ ਦੀਆਂ ਕਰਨੀਆਂ ਸੌਖੀ ਗੱਲ ਨਹੀਂ ਹੁੰਦੀ, ਬਹੁਤ ਵੱਡਾ ਇਹ ਇੱਕ ਜਿੱਦਾਂ ਯੋਗਦਾਨ ਹੁੰਦਾ ਹੈ, ਤੇ ਜਿਹਦੇ ਵਿੱਚ ਬੜਾ ਸਮਾਂ ਦੇਣਾ ਪੈਂਦਾ। ਪਰ ਇੱਕੋ ਹੀ ਬੇਨਤੀ ਹਮੇਸ਼ਾ ਹੀ ਕਰੀਦੀ ਆ, ਜਿੱਥੇ ਜਾਈਏ, ਜੇ ਸਟੇਜ ਤੇ ਜਾਈਏ, ਭਈ ਭਾਈ ਬੇਨਤੀ ਇਹੀ ਆ ਭਈ ਉਹ ਨੁਮਾਇੰਦੇ, ਉਹ ਪ੍ਰਬੰਧਕ, ਉਹ ਸੇਵਾਦਾਰ ਲਿਆਓ, ਨੰਬਰ 1 ਉਹ ਜਿਹੜੇ ਕੌਮ ਨੂੰ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋਣ, ਜਿਨ੍ਹਾਂ ਦੇ ਮਨ ਵਿੱਚ ਕੌਮ ਲਈ ਦਰਦ ਹੋਵੇ, ਕੌਮ ਪ੍ਰਤੀ ਜਿਹੜਾ ਹੈਗਾ ਆ ਉਹ ਜਦੋਂ ਕੌਮੀ ਕੋਈ ਵੀ ਸੁਨੇਹਾ ਜਾਵੇ ਤੇ ਇਹ ਨਾ ਵੀ ਉਹਨਾਂ ਨੂੰ ਕਹਿਣਾ ਪਵੇ, ਉਹ ਭੱਜ ਕੇ ਮੋਰੇ ਹੋ ਕੇ ਕੰਮ ਕਰਨ, ਤੇ ਉਹ ਕਿਸੇ ਵੀ ਪਾਰਟੀ ਨਾਲ ਹੋਣ, ਕਿਸੇ ਗਰੁੱਪ ਦੇ ਨਾਲ ਸਾਡਾ ਕੋਈ ਲੈਣ ਦੇਣ ਨਹੀਂ ਇਸ ਗੱਲ ਨਾਲ। ਤੇ ਇਸ ਕਰਕੇ ਮੇਰੀ ਬੇਨਤੀ ਆ ਵੀ ਇਸ ਗੱਲ ਨੂੰ ਕੋਈ ਵਧਾ ਕੇ ਨਾ ਪਹਿਲਾਂ ਵੀ ਭਾਈ ਅਸੀਂ ਕਿਸੇ ਗਰੁੱਪ ਦੀ ਵਕਾਲਤ ਇੱਥੇ ਬੈਠ ਕੇ ਕਰਦੇ ਨਹੀਂ, ਸਾਡੀ ਇਹ ਡਿਊਟੀ ਨਹੀਂ, ਇਹ ਇੱਕ ਸਾਂਝਾ ਪਲੇਟਫਾਰਮ ਆ। ਸਿਰਫ ਇੱਕ ਬੇਨਤੀ ਕਰਨੀ ਐਜ਼ ਏ ਕੌਮ ਦੇ ਸੇਵਾਦਾਰ ਨੁਮਾਇੰਦੇ ਹੋਣ ਦੇ, ਕਿਉਂਕਿ ਅਸੀਂ ਸਾਰੀ ਇੰਗਲੈਂਡ 'ਚ ਵਰਤਦੇ ਹਾਂ, ਤੇ ਸਾਨੂੰ ਗੁਰੂ ਘਰਾਂ ਦਾ ਹਰ ਵੇਲੇ ਸਹਿਯੋਗ ਚਾਹੀਦਾ, ਹਰ ਵੇਲੇ। ਗੁਰੂ ਘਰਾਂ ਤੋਂ ਬਿਨਾਂ ਕੋਈ ਪਾਰਟੀ, ਕੋਈ ਜਮਾਤ ਕੋਈ ਕੰਮ ਵੀ ਨਹੀਂ ਕਰ ਸਕਦੀ, ਕਿਉਂਕਿ ਗੁਰੂ ਘਰਾਂ 'ਚ ਹੀ ਜਾਣਾ, ਪ੍ਰੋਗਰਾਮ ਵੀ ਉੱਥੇ ਕਰਨੇ ਆ, ਕੋਚਾਂ ਵੀ ਉੱਥੋਂ ਬੁੱਕ ਕਰਾਉਣੀਆਂ, ਜਿੱਥੇ ਕੋਈ ਮਾਇਆ ਦੀ ਲੋੜ ਹੋਣੀ ਕੌਮੀ ਤੌਰ ਤੇ ਉਹ ਵੀ ਉਹਨਾਂ ਨੇ ਸੇਵਾ ਕਰਨੀ ਆ। ਸੋ ਗੁਰੂ ਘਰਾਂ ਤੋਂ ਬਿਨਾਂ ਤਾਂ ਕੋਈ ਕਾਰਜ ਚੱਲ ਹੀ ਨਹੀਂ ਸਕਦੇ ਸਾਡੇ। ਸੋ ਇਸ ਕਰਕੇ ਬੇਨਤੀ ਕਰਨੀ ਸਾਡੀ ਜਿਹੜੀ ਬਣਦੀ ਆ ਵੀ ਗੁਰੂ ਘਰਾਂ ਦੇ ਵਿੱਚ 2 ਇਲੈਕਸ਼ਨਾਂ ਬੜੀਆਂ ਤਕੜੀਆਂ ਹੋ ਰਹੀਆਂ, ਔਰ ਕਿਰਪਾ ਕਰਕੇ ਉਹਨਾਂ ਵੀਰਾਂ ਭੈਣਾਂ ਨੂੰ ਮੋਹਰੇ ਲਿਆਓ ਜਿਹੜੇ ਕੌਮ ਨੂੰ ਤੇ ਗੁਰੂ ਨੂੰ ਸਮਰਪਿਤ ਹੋਣ, ਤੇ ਜਦੋਂ ਕੌਮੀ ਕਾਰਜ ਹੋਣ ਆਪ ਕਹਿਣਾ ਨਾ ਪਵੇ, ਆਪ ਮੋਹਰੇ ਹੋ ਕੇ ਭੱਜ ਕੇ ਕਰਨ, ਇਹ ਬੇਨਤੀ ਹੈ ਜੀ। ਸੋ ਸਾਧ ਸੰਗਤ ਜੀ, ਜਿਵੇਂ ਕਿ ਪ੍ਰਧਾਨ ਜੀ ਨੇ ਤੁਹਾਨੂੰ ਦੱਸਿਆ ਕਿ ਕਿਸ ਤਰ੍ਹਾਂ ਸਿੱਖ ਫੈਡਰੇਸ਼ਨ UK ਜਿਹੜੀ ਇੱਕ ਸਿੱਖ ਕੌਮ ਦੀ ਇੱਕ ਪੰਥਕ ਵਾਹਿਦ ਜਮਾਤ ਆ, ਸਿੱਖ ਕੌਮ ਦੀ ਇੱਕ ਰਾਜਨੀਤਿਕ ਜਮਾਤ ਆ, ਪੰਥਕ ਜਮਾਤ ਆ, ਉਹਦੀ ਕਿਸੇ ਵੀ ਪਾਰਟੀ ਗਰੁੱਪ ਜਾਂ ਗਰੁੱਪਬਾਜੀ ਤੋਂ ਉੱਪਰ ਆ। ਸੋ ਹਰ ਪਾਰਟੀ ਨੂੰ, ਹਰ ਗੁਰੂ ਘਰ ਨੂੰ ਸਿੱਖ ਫੈਡਰੇਸ਼ਨ ਇਹ ਚਾਹੁੰਦੀ ਆ ਕਿ ਹਰ ਗੁਰੂ ਘਰ ਦੇ ਵਿੱਚ ਸੱਚਾ ਤੇ ਸੁੱਚਾ ਪ੍ਰਬੰਧ ਹੋਵੇ,
ਕੋਈ ਵੀ ਜੋ ਵੀ ਉੱਥੇ ਆਉਣ ਉਹ ਗੁਰੂ ਨੂੰ ਸਮਰਪਿਤ ਹੋਣ, ਗੁਰੂ ਦੇ ਦੇਣਦਾਰ ਹੋਣ। ਸੋ ਇੰਨੀਆਂ ਕੁ ਬੇਨਤੀਆਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡੀਆਂ ਪ੍ਰਵਾਨ ਕਰਿਆ ਜੇ। ਫਤਿਹ ਅੱਜ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।